ਸਰਕਲਾ ਭਰਪੂਰ ਦੀ ਸਹਿਜ ਕਥਾ ਨਾਨਕ ਦਾ ਸੰਦਾਸ ਸਦੇ ਅਗੈ ਬਿਨਵਤਾ ਸਲਾਮ ਪਾਪੀ ਪਿਤਾ ਅਨੰਤ ਇਸ ਰਾਤ ਦਈ ਦਇਆ ਕੀਜੈ ਸਗਲ ਜਗਤ ਚੰਗੇ ਬੁਰਾਈ ਵਾਚੇ ਧਰਮ ਹਤੂਰ ਕਰਮੀ ਆਪੋ ਆਪਣੀ ਕੇ ਨਿੜੇ ਕਿ ਦੂਜੀ ਨੇ ਨਾਮ ਤੇ ਆਗਰ ਸਖਤ ਕਾਲ ਨਾਨਕ ਤੇ ਮੁਖ ਚਲੇ ਕੇਤੀ ਛੁਟੇ ਨਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਉ ਬੁਲਾਵੇ ਤਿਉ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਵਾਹਿਗੁਰੂ ਜੀ ਸੂਹੀ ਮਹੱਲਾ ਪੰਜਵਾ। ਹਰ ਚਰਨ ਕਮਲ ਕੀ ਟੇਕ ਸਤ ਗੁਰ ਦਿੱਤੀ ਤੁਸ ਕੈ ਬਲਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ ਘਰ ਤਿਸ ਕੈ ਬਲਰਾਮ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਹੈ। ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ। ਇਸ ਸਾਧ ਸੰਗਤ ਜੀ ਬਾਣੀ ਦੀ ਕਿਸਮ ਹੈ ਸ਼ੰਤ। ਇਸ ਦੇ 4 ਪਦੇ ਹਨ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਸੂਹੀ ਰਾਗ ਵਿੱਚ। ਸੂਹੀ ਮਹੱਲਾ ਪੰਜਵਾ। ਹਰ ਚਰਨ ਕਮਲ ਕੀ ਟੇਕ ਸਤ ਗੁਰ ਦਿੱਤੀ ਤੁਸ ਕੈ ਬਲਰਾਮ ਜੀਓ। ਬਲਰਾਮ ਸ਼ਬਦ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਬਾਰ-ਬਾਰ ਆਵੇਗਾ। ਬਲਰਾਮ, ਬਲ ਦਾ ਅਰਥ ਹੁੰਦਾ ਕੁਰਬਾਨ ਜਾਣਾ, ਵਾਰਨੇ ਜਾਣਾ, ਫੇਰਨੇ ਜਾਣਾ, ਘੋਲ ਘਮਾਉਣਾ। ਰਾਮ ਰੱਬ ਜੀ ਦਾ ਨਾਮ ਹੈ, ਜਿਹੜੇ ਸਾਰਿਆਂ ਦੇ ਵਿੱਚ ਰਮੇ ਹੋਏ ਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ। ਰਾਮ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 2 ਅਰਥਾਂ ਦੇ ਵਿੱਚ ਆਇਆ।
ਇੱਕ ਤੇ ਰਾਮ ਦਾ ਅਰਥ ਹੈ ਰੱਬ, ਜਿਹਦੀ ਕੋਈ ਮੂਰਤੀ ਨਹੀਂ, ਕੋਈ ਤਸਵੀਰ ਨਹੀਂ, ਕੋਈ ਚਿੰਨ੍ਹ ਚੱਕਰ ਨਹੀਂ। ਉਹ ਪਰਮਾਤਮਾ ਰਾਮ ਸਾਰਿਆਂ ਦੇ ਵਿੱਚ ਰਮਿਆ ਹੋਇਆ, ਜਿਸ ਨੂੰ ਅਸੀਂ ਇੱਕ ਓੰਕਾਰ ਵੀ ਕਹਿੰਦੇ ਹਾਂ। ਦੂਸਰਾ ਰਾਮ ਸਨ ਆਫ ਦਸ਼ਰਥ ਵੀ ਆਇਆ। ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਛਮਣ ਵਿਛੜ ਗਿਆ। ਕੱਲ ਪਰਸੋਂ ਕਿਸੇ ਨੇ ਪੁੱਛਿਆ ਸੀ ਜੀ ਇਹ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕ੍ਰਿਸ਼ਨ ਜੀ ਦਾ ਨਾਮ ਆਇਆ ਉਹ ਵੀ ਇਸ ਤਰੀਕੇ ਨਾਲ ਆਇਆ। ਕ੍ਰਿਸ਼ਨ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕਿਹਾ ਗਿਆ ਰੱਬ ਜੀ, ਜਾਂ ਭੱਟ ਕਹਿੰਦੇ ਨੇ ਵੀ ਸਤਿਗੁਰੂ ਜੀ ਅਸੀਂ ਹੁਣ ਸਾਰੇ ਪਾਸੇ ਘੁੰਮ ਫਿਰ ਕੇ ਵੇਖ ਲਿਆ, ਥਾਂ ਤੇ ਜਾ ਕੇ ਸਾਨੂੰ ਹੁਣ ਤੁਹਾਡੇ ਵਿੱਚੋਂ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਹੁੰਦੇ ਨੇ, ਹੁਣ ਸਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ। ਸਵਈਆਂ ਵਿੱਚ ਜ਼ਿਕਰ ਆਉਂਦਾ ਵਾਹਿਗੁਰੂ 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 ਵਾਹਿ ਜੀਓ, ਕਵਲ ਨੈਣ ਮਦਰ ਬੈਨ ਕੋਟ ਸੈਨ ਸੰਗ ਸ਼ੋਭ ਕਹਿਤ ਮਾਜ ਸ਼ੋਧ ਜਿਸੈ ਦਹੀਂ ਭਾਤ ਖਾਏ ਜੀਓ। ਉੱਥੇ ਭਾਵ ਇਹ ਕਹਿਣ ਦਾ ਕਿ ਸਤਿਗੁਰੂ ਜੀ ਸਾਡੇ ਵਾਸਤੇ ਤੁਸੀਂ ਹੀ ਸਭ ਕੁਝ। ਜਿਵੇਂ ਆਪਾਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਆ ਨਾ, ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ। ਸਾਡੇ ਵਾਸਤੇ ਗੁਰੂ ਹੀ ਆ ਸਭ ਕੁਝ। ਸਾਡੇ ਵਾਸਤੇ ਗੁਰੂ ਈਸ਼ਰ ਹੈ, ਸ਼ਿਵ ਹੈ, ਬ੍ਰਹਮਾ ਹੈ, ਪਾਰਬਤੀ ਮਾਈ ਜਿਹਨੂੰ ਮੰਨਦੇ ਦੂਪਰਾ। ਸਾਡੇ ਵਾਸਤੇ ਸਤਿਗੁਰੂ ਜੀ ਤੁਸੀਂ ਹੀ ਸਭ ਕੁਝ ਹੋ। ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ। ਤੁਹਾਨੂੰ ਛੱਡ ਕੇ ਸਤਿਗੁਰੂ ਜੀ ਸੀ ਹੋਰ ਕਿਤੇ ਕਿਉਂ ਜਾਈਏ। ਆਨ ਨਾ ਬੀਆ ਤੇਰੀ ਸੰਸਾਰ। ਬੀਆ ਦਾ ਅਰਥ ਹੁੰਦਾ ਦੂਜਾ, ਸੰਸਾਰ ਦਾ ਅਰਥ ਹੁੰਦਾ ਬਰਾਬਰ। ਤੁਹਾਡੇ ਵਰਗਾ ਜਦੋਂ ਹੋਰ ਕੋਈ ਹੈ ਹੀ ਨਹੀਂ। ਤਾਂ ਕਰਕੇ ਸਾਧ ਸੰਗਤ ਜੀ ਰਾਮ ਦਾ ਅਰਥ ਸਾਰਿਆਂ ਦੇ ਵਿੱਚ ਰਮਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ। ਧੰਨ ਧੰਨ ਤੂੰ ਮਾਤਾ ਦੇਵਕੀ ਜਿਹ ਗ੍ਰਹਿ, ਜਿਹਦੇ ਘਰ ਦੇ ਵਿੱਚ ਜਿਹ ਗ੍ਰਹਿ ਰਮਈਆ ਕਮਲਾਪਤੀ। ਬੇਨ ਬਜਾਵੇ ਗੋਧਨ ਚਰੈ, ਨਾਮੇ ਕਾ ਸੁਆਮੀ ਬੀਠੁਲ ਕਰੈ। ਬੇਨ ਬਜਾਵੇ ਬੰਸਰੀ ਵਜਾਵੇ। ਕਿਹੜੀ ਬੰਸਰੀ ਆ? ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਇਹ ਆ ਬਾਂਸਰੀ। ਇੱਥੇ ਕੋਈ ਦੂਸਰੀ ਬਾਂਸਰੀ ਨਹੀਂ, ਇਹ ਪ੍ਰਤੀਕ ਨੇ। ਗੁਰਬਾਣੀ ਦੇ ਕਈ ਸ਼ਬਦ ਬੜੇ ਡੂੰਘੇ ਨੇ, ਉਹ ਸਪੈਸ਼ਲ ਸਾਡਾ ਧਿਆਨ ਮੰਗਦੇ ਆ ਵੀ ਉਹਨਾਂ ਨੂੰ ਸਿੱਧੇ ਅਰਥ ਪੜ੍ਹ ਕੇ ਨਹੀਂ ਸਮਝਿਆ ਜਾ ਸਕਦਾ। ਉਹਦੇ ਵਾਸਤੇ ਅਲੱਗ ਤੋਂ ਸਮਾਂ ਲਾਉਣਾ ਪੈਂਦਾ ਵੀ ਕਿਹੜਾ ਸ਼ਬਦ ਕਿਹੜੇ ਭਾਵ ਦੇ ਵਿੱਚ ਆਇਆ ਹੈ। ਰਹੋ ਵਿਚਾਰ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ। ਹੇ ਵਾਹਿਗੁਰੂ ਜੀ ਮੈਂ ਤੁਹਾਡੇ ਤੋਂ ਬਲਿਹਾਰ ਜਾਂਦਾ। ਤੁਸ ਕੈ ਪ੍ਰਸੰਨ ਹੋ ਕੇ, ਸਤਿਗੁਰੂ ਜੀ ਨੇ ਮੇਰੇ ਉੱਤੇ ਪ੍ਰਸੰਨ ਹੋ ਕੇ ਤੇ ਮੈਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੋੜ ਦਿੱਤਾ, ਗੁਰਬਾਣੀ ਨਾਲ ਜੋੜ ਦਿੱਤਾ। ਟੇਕ ਦਾ ਅਰਥ ਹੁੰਦਾ ਆਸਰਾ। ਮੈਨੂੰ ਵਾਹਿਗੁਰੂ ਜੀ ਦਾ ਓਟ ਆਸਰਾ ਮਿਲ ਗਿਆ। ਮੈਂ ਅੰਨਾ ਸਾਂ, ਮੈਨੂੰ ਨਹੀਂ ਸੀ ਕੁਝ ਦਿਖਾਈ ਦਿੰਦਾ। ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਮੈਨੂੰ ਵਾਹਿਗੁਰੂ ਜੀ ਤੁਸੀਂ ਉਹ ਟੋਹਣੀ, ਉਹ ਟੇਕ, ਉਹ ਛੜੀ, ਉਹ ਖੂੰਡੀ ਆਪ ਜੀ ਨੇ ਬਖਸ਼ਿਸ਼ ਕੀਤੀ। ਉਪਦੇਸ਼ਾਂ ਰੂਪੀ ਟੇਕ, ਖੂੰਡੀ, ਸਹਾਰਾ, ਡੰਗੋਰੀ, ਜਿਹਦੇ ਨਾਲ ਟੋ ਕੇ ਮੈਂ ਜ਼ਿੰਦਗੀ ਦਾ ਸਫ਼ਰ ਤੈਅ ਕਰ ਸਕਦਾ। ਹਰ ਅੰਮ੍ਰਿਤ ਭਰੇ ਭੰਡਾਰ। ਵਾਹਿਗੁਰੂ ਜੀ ਤੁਹਾਡੇ ਭੰਡਾਰੇ ਤਾਂ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੇ ਨਾਮ ਦੇ ਨਾਲ ਭਰੇ ਹੋਏ ਨੇ, ਉਪਦੇਸ਼ਾਂ ਨਾਲ ਭਰੇ ਹੋਏ ਨੇ। ਸਭ ਕਿਛ ਹੈ ਘਰ ਤਿਸ ਕੈ ਬਲਰਾਮ ਜੀਓ। ਇਹ ਜਦੋਂ ਹੁਣ ਗੁਰਬਾਣੀ ਦੇ ਮੈਂ ਅਰਥ ਪੜ੍ਹ ਕੇ ਆਇਆ ਹੁਕਮਨਾਮਾ ਸਾਹਿਬ ਦੇ,
ਇਸ ਹੁਕਮਨਾਮਾ ਸਾਹਿਬ ਦੇ ਅਰਥ ਡਾਕਟਰ ਆਫ ਲਿਟਰੇਚਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖਦਿਆਂ ਹੋਇਆ ਇੱਕ ਗੱਲ ਦਾ ਜ਼ਿਕਰ 4 ਵਾਰੀ ਕੀਤਾ। ਇਸ ਹੁਕਮਨਾਮਾ ਸਾਹਿਬ ਦੇ ਵਿੱਚ ਕੁਝ ਸ਼ਬਦ ਆਏ ਨੇ, ਜਿਸ, ਤਿਸ, ਇਹ ਰੱਬ ਦੇ ਪ੍ਰਤੀਕ ਨੇ। ਤਿਸ ਦਾ ਅਰਥ ਉਹ ਪਰਮਾਤਮਾ, ਪਰਮਾਤਮਾ ਕਿਉਂਕਿ ਇੱਕ ਆ, ਤਾਂ ਕਰਕੇ ਗੁਰਬਾਣੀ ਦੇ ਨਿਯਮ ਦੇ ਅਨੁਸਾਰ ਜਦੋਂ ਰੱਬ ਦੀ ਗੱਲ ਹੋਵੇ, ਰੱਬ ਜੀ ਦਾ ਨਾਮ ਹੋਵੇ, ਉਸ ਸ਼ਬਦ ਦੇ ਆਖਰੀ ਅੱਖਰ ਦੇ ਥੱਲੇ ਔਂਕੜ ਲੱਗਦੀ ਆ। ਪਰ ਇੱਥੇ ਕੁਝ ਥਾਵਾਂ ਤੇ ਔਂਕੜ ਨਹੀਂ ਲੱਗੀ। ਉਹ ਤਾਂ ਨਹੀਂ ਲੱਗੀ, ਇੱਥੇ ਫਿਰ ਇੱਕ ਗੁਰਬਾਣੀ ਦੀ ਗ੍ਰਾਮਰ, ਗੁਰਬਾਣੀ ਦੀ ਵਿਆਕਰਣ ਦਾ ਇੱਕ ਨਿਯਮ ਕੰਮ ਕਰਦਾ। ਉਹ ਇਹ ਆ, ਜਦੋਂ ਕਿਸੇ ਸ਼ਬਦ ਦੇ ਨਾਲ, ਵੈਸੇ ਤੇ ਗੁਰਬਾਣੀ ਦੀ ਵਿਆਕਰਣ ਬੜੀ ਕਠਿਨ ਆ, ਉਸ ਥੋੜੇ ਕੀਤਿਆਂ ਕਾਰ ਦੰਤਕ ਇਤਿਆਦਿ ਉਹ ਸਾਡੀ ਸਮਝ ਵਿੱਚ ਨਹੀਂ ਆਉਂਦੇ, ਪਰ ਤਾਂ ਵੀ ਥੋੜੀਆਂ ਜਿਹੀਆਂ ਗੱਲਾਂ ਦਾ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਵਾ। ਤਾਂ ਜਿਸ ਸ਼ਬਦ ਦੇ ਨਾਲ ਸੰਬੰਧਕੀ ਪਦ ਆ ਜਾਵੇ, ਉਸ ਤੋਂ ਪਹਿਲੇ ਭਾਵੇਂ ਉਹ ਸ਼ਬਦ ਇੱਕ ਵਚਨ ਹੋਵੇ, ਭਾਵੇਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਾਸਤੇ ਹੋਵੇ, ਉਸ ਦੀ ਜਿਹੜੀ ਔਂਕੜ ਆ ਉਹ ਉੱਡ ਜਾਂਦੀ ਆ, ਭਾਵ ਔਂਕੜ ਉੱਥੇ ਨਹੀਂ ਲੱਗਦੀ। ਬੇਸ਼ੱਕ ਉਹ ਸ਼ਬਦ ਰੱਬ ਜੀ ਦੇ ਵਾਸਤੇ ਹੋਵੇ। ਜਿਵੇਂ ਆਪਾਂ ਗੁਰਬਾਣੀ ਵਿੱਚ ਇੱਕੋ ਹੀ ਸ਼ਬਦ ਕਈ ਅਰਥਾਂ ਦੇ ਵਿੱਚ ਦਰਸ਼ਨ ਕਰਦੇ ਆ। ਨਾਨਕ ਸ਼ਬਦ ਹੀ ਆ, ਕਈ ਥਾਵਾਂ ਤੇ ਨਾਨਕ ਮੁਕਤਾ ਆ ਜਾਂਦਾ, ਕਈ ਥਾਵਾਂ ਤੇ ਨਾਨਕ ਦੇ ਕੱਕੇ ਥੱਲੇ ਔਂਕੜ ਲੱਗੀ ਹੁੰਦੀ ਆ, ਕਈ ਥਾਵਾਂ ਦੇ ਉੱਤੇ ਨਾਨਕ ਦੇ ਕੱਕੇ ਨੂੰ ਸਿਹਾਰੀ ਲੱਗੀ ਹੁੰਦੀ ਆ। ਉਹਨਾਂ ਸ਼ਬਦਾਂ ਦੇ ਅਰਥ ਅਲੱਗ-ਅਲੱਗ ਹੁੰਦੇ ਨੇ। ਰਹੋ ਵਿਚਾਰ। ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਵਿੱਚ ਸਭ ਕੁਝ ਹੀ ਆ, ਹਰ ਅੰਮ੍ਰਿਤ ਭਰੇ ਭੰਡਾਰ, ਸਭ ਕਿਛ ਹੈ ਘਰ ਤਿਸ ਕੈ ਬਲਰਾਮ ਜੀਓ। ਇਸ ਪੰਕਤੀ ਨੂੰ ਸਮਝਣ ਵਾਸਤੇ ਆਨੰਦ ਸਾਹਿਬ ਦੀ ਪੰਕਤੀ ਚੇਤੇ ਆ ਜਾਂਦੀ ਹੈ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਵਾਜੇ ਸ਼ਬਦ ਕਨੇਰੇ, ਇਹਦਾ ਵੀ ਇਸ ਹੁਕਮਨਾਮਾ ਸਾਹਿਬ ਵਿੱਚ ਅੱਗੇ ਜਾ ਕੇ ਜ਼ਿਕਰ ਆਵੇਗਾ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰੇ। ਦਸਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਤੂੰ ਅਣ ਮੰਗਿਆ ਦਾਨ ਦੇਵਣਾ, ਸਭਨਾ ਹਾਜੀਆਂ। ਵਾਹਿਗੁਰੂ ਜੀ ਤੁਹਾਡੇ ਖਜ਼ਾਨੇ ਅੰਮ੍ਰਿਤ ਨਾਮ ਨਾਲ ਵੀ ਭਰੇ ਹੋਏ ਨੇ, ਦੁਨਿਆਵੀ ਪਦਾਰਥਾਂ ਦੇ ਨਾਲ ਵੀ ਭਰੇ ਹੋਏ ਨੇ। ਜਿਹੜਾ ਤੁਹਾਡੇ ਉੱਤੇ ਆਸ ਭਰੋਸਾ ਰੱਖਦਾ, ਉਹਨੂੰ ਤੁਸੀਂ ਸਾਰੀਆਂ ਦਾਤਾਂ ਬਖਸ਼ਿਸ਼ ਕਰ ਦਿੰਦੇ ਹੋ, ਉਹਨੂੰ ਕਿਸੇ ਚੀਜ਼ ਦੀ ਕਮੀ ਰਹਿੰਦੀ ਨਹੀਂ। ਉਹ ਅੰਦਰੋਂ ਰੱਜ ਜਾਂਦਾ ਨਾ, ਅੰਦਰੋਂ ਰੱਜ ਜਾਂਦਾ, ਤ੍ਰਿਪਤ ਹੋ ਜਾਂਦਾ। ਉਹ ਰੱਬ ਦਾ ਪਿਆਰਾ ਸਦਾ ਖਿੜਿਆ ਹੀ ਰਹਿੰਦਾ। ਅੱਜ ਕੱਲ੍ਹ ਤੇ ਨਿੱਕੀ ਨਿੱਕੀ ਗੱਲ ਤੇ ਲੋਕੀ ਪਰੇਸ਼ਾਨ ਹੋ ਜਾਂਦੇ ਨੇ। ਹੈ ਸਿੱਖ ਨੌਜਵਾਨ, ਉਹ ਲਿਖਣਗੇ ਕੀ ਜੀ, ਅੱਜ ਮੇਰਾ ਮੂਡ ਆਫ ਆ। ਵੀ ਭਲਿਆ ਸਿੱਖ ਦਾ ਤੇ ਕਦੇ ਮੂਡ ਆਫ ਹੁੰਦਾ ਹੀ ਨਹੀਂ। ਸਿੱਖ ਤੇ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿੰਦਾ। ਇਹਨਾਂ ਦੇ ਘਰ ਘਾਟ ਤਬਾਹ ਹੋ ਗਏ। ਇੱਕ ਦਿਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਹਨਾਂ ਨੂੰ ਵੱਢ ਦਿੱਤਾ ਜਾਂਦਾ ਰਿਹਾ। ਆ ਪੜ੍ਹ ਕੇ ਵੇਖ ਲਓ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਰੋਜ਼ ਦੇ 100 ਸਿੱਖਾਂ ਨੂੰ ਸ਼ਹੀਦ ਕਰ ਦਿੰਦੇ ਸੀ ਦਿੱਲੀ ਦੇ ਵਿੱਚ, ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਸੀ। ਬਾਕੀ ਦੇ ਸਿੰਘ ਤਾਂ ਵੀ ਚੜ੍ਹਦੀ ਕਲਾ ਦੇ ਵਿੱਚ ਹੀ। ਤੇ ਜਦੋਂ ਇਹ ਸਾਰੀ ਵੱਢ ਟੁੱਕ ਹੋ ਜਾਣੀ, ਵੱਡੇ ਪੱਧਰ ਤੇ ਜੰਗ ਹੋ ਜਾਣੇ, ਲਾਸ਼ਾਂ ਖਿਲਰੀਆਂ ਪਈਆਂ, ਇੰਨਾ ਜੰਗ ਜੁੱਧ ਹੋ ਗਿਆ। ਕਿਸੇ ਨੇ ਕਹਿਣਾ ਨਿਹੰਗ ਸਿੰਘ ਜੀ ਬੜਾ ਮਾੜਾ ਹੋਇਆ, ਤੇ ਅੱਗੇ ਨਿਹੰਗ ਸਿੰਘ ਨੇ ਤਾਂ ਵੀ ਚੜ੍ਹਦੀ ਕਲਾ 'ਚ ਰਹਿਣਾ। ਤਤ ਖਾਲਸਾ ਸੋ ਰਹਿਓ, ਗਹਿਓ ਸੋ ਖੋਟ ਗਵਾਏ। ਕੋਈ ਗੱਲ ਨਹੀਂ ਜੀ, ਕੱਚੇ ਪਿੱਲੇ ਝੜ ਗਏ ਨੇ, ਤਤ ਖਾਲਸਾ ਅਜੇ ਵੀ ਜਿਉਂਦਾ। ਜ਼ਫਰਨਾਮਾ ਪੜ੍ਹ ਕੇ ਵੇਖ ਲਓ। ਆ ਗੁਰੂ ਕਿਰਪਾ ਨਾਲ ਉਹਦੀ ਵਿਆਖਿਆ ਕਰਕੇ ਮੈਂ ਅਪਲੋਡ ਕੀਤੀ ਆ ਗੂਗਲ ਡਰਾਈਵ ਦੇ ਉੱਤੇ, ਤੇ ਉਹਦੇ ਵਿੱਚ ਜ਼ਿਕਰ ਆਉਂਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਨੂੰ ਚਿੱਠੀ ਲਿਖਦੇ ਨੇ, ਤੇ ਉੱਥੇ ਲਿਖਦੇ ਨੇ, ਔਰੰਗਜ਼ੇਬ ਮਤਾ ਸੋਚੀ ਵੀ ਤੂੰ ਮੈਨੂੰ ਹਰਾ ਦਿੱਤਾ, ਮੇਰੇ 4 ਭੁਜੰਗੀ, ਭੁਜੰਗ ਉਹ ਜਾਪ ਸਾਹਿਬ ਚਾਹੁੰਦਾ ਨਾ, ਭੁਜੰਗ ਪ੍ਰਿਆਦ ਛੰਦ, ਜਿਵੇਂ ਸੱਪ ਚੱਲਦਾ ਇਸ ਚਾਲ ਦਾ ਛੰਦ,
ਗੁਰੂ ਸਾਹਿਬ ਨੇ ਬਚਨ ਕੀਤਾ ਵੀ ਮਤਾ ਸੋਚੀ, ਮੇਰੇ 4 ਭੁਜੰਗੀ ਤੂੰ ਖਤਮ ਕਰ ਦਿੱਤੇ ਆ, ਅਜੇ ਤੇ ਇਹਨਾਂ ਦਾ ਪਿਤਾ ਫਨੀਰ ਸੱਪ ਬੈਠਾ ਹੋਇਆ, ਅਜੇ ਤੇ ਸਾਡਾ ਖਾਲਸਾ ਬੈਠਾ ਹੋਇਆ, ਤੂੰ ਖਾਲਸੇ ਨੂੰ ਕਿਵੇਂ ਖਤਮ ਕਰ ਲੇਗਾ? ਭਾਵੇਂ ਇੰਨੀਆਂ ਮੁਸੀਬਤਾਂ ਇੰਨੇ ਕਸ਼ਟ ਦੇ ਆਉਣ ਦੇ ਬਾਵਜੂਦ ਵੀ ਸਿੱਖ ਚੜ੍ਹਦੀ ਕਲਾ ਸੀ। ਸਭ ਕੁਝ ਖਤਮ, ਘਰ ਘਾਟ ਖਤਮ, ਆ ਦੁੱਧ ਚੁੰਗਦੇ ਬੱਚੇ ਬੀਬੀ ਲਾਹੌਰ ਦੇ ਵਿੱਚ ਸ਼ਹੀਦਗੰਜ ਗੁਰਦੁਆਰਾ ਜਿੱਥੇ, ਤੇ ਦੁੱਧ ਚੁੰਗਦੇ ਬੱਚੇ ਬੀਬੀਆਂ ਦੀਆਂ ਗੋਦੀਆਂ ਵਿੱਚੋਂ ਧੂ ਕੇ ਤੇ ਆਕਾਸ਼ ਵੱਲ ਨੂੰ ਸੁੱਟ ਕੇ ਤੇ ਥੱਲੇ ਨੇਜਾ ਕਰ ਦਿੰਦੇ। ਉਹ ਬੱਚਾ ਆਣ ਕੇ ਨੇਜੇ ਤੇ ਡਿੱਗਦਾ, ਵਿੱਚ ਪੁਰਚ ਜਾਂਦਾ, ਫਿਰ ਉਹਦੇ ਟੋਟੇ ਕਰਕੇ ਗਲਾਂ 'ਚ ਹਾਰ ਪਾ ਦਿੰਦੇ। ਕਿੰਨੇ ਕਸ਼ਟ। ਉਹ ਬੀਬੀਆਂ ਤਾਂ ਵੀ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਦੀਆਂ, ਅਰਦਾਸ ਬੇਨਤੀ ਕਰਦੀਆਂ ਤੇ ਕਹਿੰਦੀਆਂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਵਾਸਤੇ ਭਲਾ ਸਾਡੇ ਉੱਤੇ ਇੰਨੀਆਂ ਮੁਸੀਬਤਾਂ ਆਈਆਂ ਨੇ ਵੀ ਅਸੀਂ ਬਿਨਾਂ ਮਤਲਬ ਵੀ ਡਿਪਰੈਸ਼ਨ। ਫਲਾਨਾ ਜੀ ਉਹ ਸਿੰਘ ਸੀ, ਨਾਮ ਦੇ ਪਿੱਛੇ ਸਿੰਘ ਲੱਗਦਾ ਸੀ, ਉਹ ਜੀ ਡਿਪਰੈਸ਼ਨ 'ਚ ਚਲਿਆ ਗਿਆ, ਉਹਨੇ ਜੀ ਸੁਸਾਈਡ ਕਰ ਲਿਆ, ਇਸ ਤਰ੍ਹਾਂ ਹੋ ਗਿਆ। ਇਹੋ ਜਿਹੇ ਲੋਕ ਸਿੱਖ ਹੋ ਹੀ ਨਹੀਂ ਸਕਦੇ। ਜਿਹੜਾ ਸਿੱਖਿਆ ਸਦਾ ਚੜ੍ਹਦੀ ਕਲਾ 'ਚ ਰਹਿੰਦਾ, ਗੁਰੂ ਦੇ ਰੰਗ ਵਿੱਚ ਰੰਗਿਆ ਰਹਿੰਦਾ। ਤੋ ਮਾਲਕ ਜੀ ਤੁਹਾਡੇ ਘਰ ਵਿੱਚ ਸਭ ਕੁਝ ਆ। ਇੱਥੇ ਇੱਕ ਸਾਖੀ ਦਾ ਚੇਤਾ ਆ ਜਾਂਦਾ, ਮੋਰਚਾ ਗੰਗਸਰ ਜੈਤੋਂ, ਉੱਥੇ ਅਖੰਡ ਪਾਠ ਸਾਹਿਬ ਖੰਡਨ ਹੋ ਗਿਆ ਸੀ। ਅਕਾਲ ਤਖਤ ਸਾਹਿਬ ਤੇ ਫੈਸਲਾ ਹੋਇਆ, ਅਸੀਂ ਜਿੰਨਾ ਚਿਰ ਅਖੰਡ ਪਾਠ ਸਾਹਿਬ ਦੁਬਾਰਾ ਅਸੀਂ ਆਰੰਭ ਨਹੀਂ ਕਰ ਦਿੰਦੇ, ਉਹਨਾਂ ਚਿਰ ਉੱਥੇ ਜਥੇ ਜਾਂਦੇ ਰਹਿਣਗੇ। ਅੰਗਰੇਜ਼ ਸਰਕਾਰ ਅਖੰਡ ਪਾਠ ਸਾਹਿਬ ਉੱਥੇ ਆਰੰਭ ਨਹੀਂ ਸੀ ਕਰਨ ਦਿੰਦੀ। ਸਿੱਖਾਂ ਦੇ ਅੰਮ੍ਰਿਤਸਰ ਸਾਹਿਬ ਅਕਾਲ ਤਖਤ ਸਾਹਿਬ ਤੋਂ ਜਥੇ ਜਾਂਦੇ ਸੀ। ਇੱਕ ਦਿਨ ਇੱਕ ਬੀਬੀ ਨੇ ਕਿਹਾ ਜੀ ਮੈਂ ਵੀ ਜਥੇ ਦੇ ਵਿੱਚ ਜਾਣਾ ਚਾਹੁੰਦੀ ਹਾਂ। ਜਥੇਦਾਰ ਜੀ ਕਹਿਣ ਲੱਗੇ ਵੀ ਸਿੰਘਾਂ ਦਾ ਕੰਮ ਆ, ਬੀਬੀਆਂ ਦਾ ਕੰਮ ਨਹੀਂ ਆ। ਨਾਲੇ ਭੈਣ ਤੇਰੇ ਕੋਲ ਤੇ ਨਿੱਕਾ ਜਿਹਾ ਬੱਚਾ ਵਾ, ਦੁੱਧ ਚੁੰਗਦਾ, ਤੂੰ ਕਿੱਥੇ ਮਾਲਵੇ ਦੇ ਵਿੱਚ ਜਾਵੇਂਗੀ ਤੁਰ ਕੇ, ਰੇਤਲੇ ਟਿੱਬਿਆਂ ਦੇ ਵਿੱਚ ਤੈਨੂੰ ਮੁਸ਼ਕਲ ਹੋਵੇਗੀ, ਤੂੰ ਨਾ ਜਾ। ਉਹ ਕਹਿਣ ਲੱਗੀ ਮੈਂ ਵੀ ਗੁਰੂ ਸਾਹਿਬ ਦਾ ਬਖਸ਼ਿਸ਼ ਕੀਤਾ ਹੋਇਆ ਅੰਮ੍ਰਿਤ ਛਕਿਆ, ਤੇ ਮੈਂ ਆਪਣੇ ਸਿੱਖ ਭਰਾਵਾਂ ਤੋਂ ਪਿੱਛੇ ਕਿਵੇਂ ਰਹਿ ਸਕਦੀ ਹਾਂ। ਉਹਨੇ ਜ਼ਿੱਦ ਕੀਤੀ। ਫੈਸਲਾ ਹੋਇਆ ਵੀ ਚਲੋ ਜਿਵੇਂ ਇਹਦੀ ਸ਼ਰਧਾ ਜਾਣਾ ਚਾਹੁੰਦਾ ਤੇ ਜਾਣਾ ਚਾਹੁੰਦੀ ਹੈ ਤੇ ਇਹਨੂੰ ਫਿਰ ਰੋਕੋ ਨਾ। ਫੈਸਲਾ ਇਹ ਹੋਇਆ ਵੀ ਜਦੋਂ ਆਪਾਂ ਗੰਗਸਰ ਜੈਤੋਂ ਜਾਣਾ, ਉੱਥੇ ਅੰਗਰੇਜ਼ਾਂ ਨੇ ਸਾਡੇ ਤੇ ਗੋਲੀਆਂ ਚਲਾ ਦੇਣੀਆਂ। ਆਪਣਾ ਨਿਸ਼ਾਨਾ ਹੋਣਾ ਚਾਹੀਦਾ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਅਖੰਡ ਪਾਠ ਸਾਹਿਬ ਆਰੰਭ ਕਰਨਾ। ਇੱਦਾਂ ਕਰਿਓ ਜਿਨ੍ਹਾਂ ਨੂੰ ਗੋਲੀਆਂ ਵੱਜਦੀਆਂ ਜਾਣਗੀਆਂ ਉਹਨਾਂ ਦੀਆਂ ਡੈੱਡ ਬੋਡੀਜ਼ ਉੱਥੇ ਪਈਆਂ ਰਹਿਣ ਦਿਓ, ਬਾਕੀ ਤੁਸੀਂ ਅੱਗੇ ਚੱਲਦੇ ਜਾਇਓ। ਲਓ ਜੀ ਜਥਾ ਪਹੁੰਚਿਆ, ਅੰਗਰੇਜ਼ਾਂ ਨੇ ਆਰਡਰ ਦਿੱਤਾ, ਫਾਇਰਿੰਗ ਸ਼ੁਰੂ ਹੋ ਗਈ। ਉਹ ਇੱਕ ਗੋਲੀ ਇਸ ਨਿੱਕੇ ਬੱਚਾ ਜਿਹੜਾ ਬੀਬੀ ਨੇ ਆਪਣੇ ਮੋਢੇ ਨਾਲ ਲਾਇਆ ਹੋਇਆ ਸੀ, ਉਹਦੇ ਵੀ ਸਰੀਰ 'ਚ ਆਣ ਕੇ ਇੱਕ ਗੋਲੀ ਵੱਜੀ। ਉਹ ਜੋ ਫੈਸਲਾ ਹੋਇਆ ਸੀ ਉਹਦੇ ਅਨੁਸਾਰ ਬੀਬੀ ਨੇ ਛੋਟਾ ਬੱਚਾ ਰੇਤ ਦੀ ਟਿੱਬੀ ਤੇ ਰੱਖ ਦਿੱਤਾ, ਆਪ ਉਹ ਗਾਂਹ ਵੱਧ ਗਈ। ਸਿੱਖਾਂ ਦੇ ਵਿੱਚ ਤੇ ਇੰਨੀ ਚੜ੍ਹਦੀ ਕਲਾ। ਇਹ ਚੜ੍ਹਦੀ ਕਲਾ ਕੌਣ ਬਖਸ਼ਿਸ਼ ਕਰਦਾ? ਸਤਿਗੁਰੂ। ਹਰ ਅੰਮ੍ਰਿਤ ਭਰੇ ਭੰਡਾਰ, ਸਭ ਕਿਛ ਹੈ ਘਰ ਤਿਸ ਕੈ, ਬਲਰਾਮ ਜੀਓ ਬਾਬੁਲ ਮੇਰਾ ਵੱਡ ਸਮਰੱਥਾ, ਕਰਨ ਕਾਰਨ ਪ੍ਰਭ ਹਾਰਾ। ਮੇਰੇ ਪਿਤਾ ਜੀ ਬਹੁਤ ਵੱਡੇ ਨੇ। ਬੱਚੇ ਨੂੰ ਆਪਣੇ ਪਿਤਾ ਦੇ ਉੱਤੇ ਬਹੁਤ ਜ਼ਿਆਦਾ ਮਾਣ ਹੁੰਦਾ, ਬੜਾ ਉਹਨੂੰ ਫਖਰ ਹੁੰਦਾ। ਬੱਚੇ ਨੂੰ ਪਤਾ ਹੁੰਦਾ ਵੀ ਮੇਰੇ ਪਿਤਾ ਜੀ ਮੇਰੀ ਕੋਈ ਗੱਲ ਮੋੜਦੇ ਨਹੀਂ। ਹਰ ਇੱਕ ਬੱਚੇ ਨੂੰ ਆਪਣੇ ਪਿਤਾ ਦੀ ਕਪੈਸਿਟੀ ਦਾ ਪਤਾ ਹੁੰਦਾ, ਉਹਦੀ ਸਮਰੱਥਾ ਕਿੰਨੀ ਆ। ਮੈਂ ਆਪਣੇ ਪਿਤਾ ਜੀ ਦੇ ਕੋਲੋਂ ਕੀ ਮੰਗ ਸਕਦਾ ਤੇ ਕਿਹੜੀ ਉਹ ਮੇਰੀ ਲੋੜ ਪੂਰੀ ਕਰ ਸਕਦੇ ਨੇ। ਜਿਹੜੇ ਕਰੋੜਾਂਪਤੀ ਨੇ ਉਹਨਾਂ ਦੇ ਬੱਚੇ ਆਪਣੇ ਪਿਤਾ ਜੀ ਨੂੰ ਕਹਿੰਦੇ ਜੀ ਫਲਾਨੀ ਗੱਡੀ ਇੰਨੀ ਮਹਿੰਗੀ ਨਵਾਂ ਮਾਡਲ ਆਇਆ, ਮੈਨੂੰ ਉਹ ਲੈ ਕੇ ਦਿਓ। ਉਹਨਾਂ ਨੂੰ ਪਤਾ ਵੀ ਮੈਨੂੰ ਮਿਲ ਜਾਣਾ, ਉਹੀ ਮੰਗਦੇ ਆ। ਜਿਹੜੇ ਮੀਡੀਅਮ ਜਿਹੀ ਸ਼੍ਰੇਣੀ ਦੇ ਆਮ ਲੋਕੀ ਆ, ਉਹ ਬੱਚਾ ਕਹਿੰਦਾ ਜੀ ਮੈਨੂੰ ਤੁਸੀਂ ਸਭ ਤੋਂ ਸਸਤਾ ਮੋਟਰਸਾਈਕਲ ਹੀ ਲੈ ਦਿਓ। ਉਹਨੂੰ ਪਤਾ ਵੀ ਮੇਰੇ ਪਿਤਾ ਜੀ ਦੀ ਕਪੈਸਿਟੀ ਇੰਨੀ ਆ। ਤੇ ਜਿਹੜੇ ਸਾਡੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਹੁਤ ਵੱਡੇ ਨੇ, ਤਾਂ ਕਰਕੇ ਮੈਨੂੰ ਆਪਣੇ ਪਿਤਾ ਜੀ ਦੇ ਉੱਤੇ ਮਾਣ ਆ। ਹਰ ਇੱਕ ਨੂੰ ਆਪੋ ਆਪਣੇ ਪਿਤਾ ਦੀ ਸਮਰੱਥਾ ਦੇ ਉੱਤੇ ਫਖਰ ਹੁੰਦਾ। ਉਹਨੂੰ ਪਤਾ ਹੁੰਦਾ ਵੀ ਸਾਡਾ ਜਿਹੜਾ ਪਰਿਵਾਰ ਆ ਉਹ ਕਿੰਨੇ ਕੁ ਜੋਗਾ। ਤੇ ਮੇਰੇ ਬਾਬੁਲ ਜੀ ਮੇਰੇ ਪਿਤਾ ਜੀ ਦੇ ਬਹੁਤ ਵੱਡੇ ਨੇ, ਉਹਦੇ ਸਾਰੇ ਕਾਰਨਾਂ ਦੇ ਕਰਨ ਵਾਲੇ ਨੇ। ਉਹ ਕੋਈ ਨਾ ਕੋਈ ਵਿਉਂਤ ਬਣਾ ਹੀ ਦਿੰਦੇ ਨੇ। ਬਾਬੁਲ ਮੇਰਾ ਵੱਡ ਸਮਰੱਥਾ, ਕਰਨ ਕਾਰਨ ਪ੍ਰਭ ਹਾਰਾ। ਜਿਸ ਸਿਮਰਤ ਦੁਖ ਕੋਈ ਨਾ ਲਾਗੈ, ਭੌਜਲ ਪਾਰ ਉਤਾਰਾ। ਉਸ ਵਾਹਿਗੁਰੂ ਜੀ ਨੂੰ ਸਿਮਰੀਏ, ਕੋਈ ਦੁੱਖ ਲੱਗਦਾ ਹੀ ਨਹੀਂ, ਕੋਈ ਦੁੱਖ ਨਹੀਂ ਲੱਗਦਾ। ਭਾਵੇਂ ਆਰੇ ਨਾਲ ਚੀਰਨ ਡਏ ਹੋਣ, ਭਾਵੇਂ ਆਰਾ ਸਿਰ ਦੇ ਉੱਤੇ ਚੱਲਦਾ ਹੋਵੇ, ਕੋਈ ਦੁੱਖ ਨਹੀਂ ਲੱਗਦਾ।
ਕਿਉਂਕਿ ਬਾਬੁਲ ਮੇਰਾ ਵੱਡ ਸਮਰੱਥਾ, ਦੁੱਖ ਵਿੱਚ ਸੂਖ ਮਨਾਈ। ਦੁੱਖ ਆ ਵੀ ਜਾਣ, ਰੱਬ ਦਾ ਪਿਆਰਾ ਉਹਨਾਂ ਨੂੰ ਵੀ ਦੁੱਖ ਨਹੀਂ ਮੰਨਦਾ। ਦੁੱਖ ਮੁਸੀਬਤਾਂ ਪਰੇਸ਼ਾਨੀਆਂ ਤੰਗੀਆਂ ਗਰੀਬੀ ਕੀ ਕਰ ਲੈਂਗੀ ਗੁਰੂ ਦੇ ਸਿੱਖ ਦੀ? ਉਹ ਚੜ੍ਹਦੀ ਕਲਾ 'ਚ ਰਹਿੰਦਾ। ਉਹਨੂੰ ਸਤਿਗੁਰੂ ਜੀ ਨੇ ਬਹਾਦਰ ਹੀ ਇੰਨਾ ਬਣਾਇਆ ਕਿ ਰੱਬ ਦਾ ਪਿਆਰਾ ਕਦੇ ਮੁਰਝਾਉਂਦਾ ਹੀ ਨਹੀਂ। ਭਾਵੇਂ ਦੁਨੀਆ ਦੀ ਨਜ਼ਰ ਵਿੱਚ ਇਹ ਕਸ਼ਟ ਹਨ, ਰੱਬ ਦੇ ਪਿਆਰੇ ਕਹਿੰਦੇ ਸਗਲੇ ਦੁੱਖ ਪਾਣੀ ਕਰ ਪੀਵਾਂ। ਵਾਹਿਗੁਰੂ ਜੀ ਇੰਨੀ ਸਮਰੱਥਾ ਬਖਸ਼ੋ, ਜਿੰਨੇ ਵੀ ਦੁੱਖ ਆ ਜਾਣ ਮੈਂ ਪਾਣੀ ਵਾਂਗੂ ਪੀ ਜਾਵਾਂ, ਜਿੱਦਾਂ ਕੁਝ ਹੋਇਆ ਹੀ ਨਾ ਹੋਵੇ। ਜਪਜੀ ਸਾਹਿਬ। ਇੱਕ ਨਾ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਦੁੱਖ ਭੁੱਖ ਮਾਰ ਪੈ ਜਾਣੀ, ਇਹ ਵੀ ਵਾਹਿਗੁਰੂ ਜੀ ਤੁਹਾਡੀਆਂ ਦਾਤਾਂ ਨੇ। ਬਸ ਕਿਰਪਾ ਕਰੋ ਸਾਨੂੰ ਡੋਲਣ ਨਾ ਦਿਓ। ਜਿਸ ਸਿਮਰਤ ਦੁੱਖ ਕੋਈ ਨਾ ਲਾਗੇ, ਭਉ ਜਲ ਪਾਰ ਉਤਾਰਾ। ਵਿਕਾਰਾਂ ਦੇ ਸਮੁੰਦਰ ਵਿੱਚੋਂ ਤੇ ਡਰਾਵਣੇ ਸੰਸਾਰ ਸਮੁੰਦਰ ਦੇ ਵਿੱਚੋਂ ਵਾਹਿਗੁਰੂ ਜੀ ਤੁਸੀਂ ਆਪ ਹੀ ਪਾਰ ਕਰਨਾ। ਆਦ ਜੁਗਾਦ ਭਗਤਨ ਕਾ ਰਾਖਾ। ਆਦ ਦਾ ਅਰਥ ਹੁੰਦਾ ਮੁੱਢ, ਜੁਗਾਦ ਜੁਗਾਂ ਦੇ ਮੁੱਢ, ਸ਼ੁਰੂ ਤੋਂ ਹੀ ਬੀਤ ਚੁੱਕੇ ਸਮੇਂ ਤੋਂ ਹੁਣ ਵੀ ਸਦਾ ਵਾਹਿਗੁਰੂ ਜੀ ਤੁਸੀਂ ਆਪਣੇ ਭਗਤਾਂ ਦੇ ਰਾਖੇ ਹੋ। ਉਸਤਤ ਕਰ ਕਰ ਜੀਵਾ। ਮੈਂ ਤੇ ਵਾਹਿਗੁਰੂ ਜੀ ਤੁਹਾਡੀ ਉਸਤਤ ਤੇ ਤੁਹਾਡੀਆਂ ਵਡਿਆਈਆਂ ਕਰ ਕਰਕੇ ਜਿਉਂਦਾ ਹਾਂ। ਬੇਸ਼ੱਕ ਰੱਬ ਦੇ ਭਗਤਾਂ ਦਾ ਵਿਰੋਧ ਕਰਨ ਵਾਲੇ ਬਹੁਤ ਨੇ, ਪਰ ਤਾਂ ਵੀ ਜਿਹਦੇ ਤੇ ਵਾਹਿਗੁਰੂ ਜੀ ਕਿਰਪਾ ਕਰਨ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਰੱਬ ਦੇ ਪਿਆਰਿਆਂ ਦੀ ਸ਼ੋਭਾ ਤੇ ਸਾਰੇ ਸੰਸਾਰ ਦੇ ਵਿੱਚ ਹੁੰਦੀ ਆ। ਬੇਸ਼ੱਕ ਬੜੀਆਂ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਤੇ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ, ਕਿੰਨਾ ਰੌਲਾ ਪਾਇਆ ਜਾਂਦਾ। ਕੋਈ ਮਾੜਾ ਜਿਹਾ ਲੂਜ਼ ਪੁਆਇੰਟ ਲੱਭੇ, ਬਸ ਉਹਨੇ ਇਹਨਾਂ ਮੀਡੀਆ ਤੇ ਉਛਾਲਦੇ ਨੇ, ਤੇ ਜਿਹੜੇ ਚੰਗੇ ਕੰਮ ਨੇ ਉਹਨਾਂ ਨੂੰ ਕੋਈ ਹਾਈਲਾਈਟ ਨਹੀਂ ਕੀਤਾ ਜਾਂਦਾ, ਸਗੋਂ ਉਲਟਾ ਬਦਨਾਮੀ ਕੀਤੀ ਜਾਂਦੀ ਆ। ਪਰ ਰੱਬ ਦੇ ਪਿਆਰੇ ਤਾਂ ਵੀ ਚੜ੍ਹਦੀ ਕਲਾ ਵਿੱਚ ਲੱਗੇ ਰਹਿੰਦੇ, ਸੇਵਾ ਕਰਦੇ ਰਹਿੰਦੇ, ਰੱਬ ਜੀ ਦੀਆਂ ਵਡਿਆਈਆਂ ਉਸਤਤਾਂ ਕਰਦੇ ਰਹਿੰਦੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਸਿੱਖ ਕੌਮ ਤੇ ਸਾਰਿਆਂ ਦਾ ਭਲਾ ਕਰਦੀ ਆ। ਇਹ ਕਿਹਾ ਜਾਂਦਾ ਨਹੀਂ ਜੀ ਇਹ ਲੰਗਰ ਬੜੇ ਲਾਉਂਦੇ ਆ ਜੀ, ਲੰਗਰ ਲਾ ਲਾ ਕੇ ਕਿਤੇ ਵਾਇਰਸ ਹੀ ਨਾ ਫੈਲਾ ਦੇਣ, ਐਵੇਂ ਦੇ ਬਲੇਮ ਲਾਏ ਜਾਂਦੇ ਨੇ। ਇਹ ਜੀ ਉੱਥੇ ਹਜ਼ੂਰ ਸਾਹਿਬ ਚਲੇ ਗਏ ਨੇ, ਇਹ ਸਾਰੇ ਪੋਜ਼ਿਟਿਵ ਆ ਗਏ ਨੇ। ਗੁਰੂ ਕਿਰਪਾ ਕਰਦੇ ਉਹ ਸਾਰੇ ਨੈਗੇਟਿਵ ਹੋ ਕੇ ਸਾਰੇ ਹੀ ਆਪਣੇ ਘਰਾਂ ਨੂੰ ਚਲੇ ਜਾਂਦੇ ਆ। ਜਿਹੜਾ ਤਰਨਤਾਰਨ ਜ਼ਿਲ੍ਹਾ ਰੈੱਡ ਜ਼ੋਨ ਲਾਉਂਦੇ ਸੀ ਉਹ ਸਾਰਾ ਗ੍ਰੀਨ ਹੋ ਜਾਂਦਾ। ਬਾਰ-ਬਾਰ ਹਜ਼ੂਰ ਸਾਹਿਬ ਦਾ ਜ਼ਿਕਰ ਕੀਤਾ ਜਾਂਦਾ, ਗੁਰਦੁਆਰਿਆਂ ਦਾ, ਉਹ ਜੀ ਫਲਾਨੀ ਥਾਂ। ਜੇ ਐਵੇਂ ਦੀ ਗੱਲ ਨੂੰ ਬੜਾ ਫਿਰ ਤੂੜ ਦਿੱਤਾ ਜਾਂਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਸੰਸਾਰ ਦੇ ਵਿੱਚ ਇਸ ਗੱਲ ਦਾ ਪਤਾ ਚੱਲੇ ਵੀ ਜਿਹੜੀ ਸਿੱਖ ਕੌਮ ਹੈ ਨਾ, ਕੋਈ ਬਹੁਤੀ ਵਧੀਆ ਨਹੀਂ। 1948 ਦੇ ਵਿੱਚ 47 ਵਿੱਚ ਜਦੋਂ ਕਹਿੰਦੇ ਦੇਸ਼ ਆਜ਼ਾਦ ਹੋਇਆ, 1948 ਦੇ ਵਿੱਚ ਸਰਕਾਰ ਵੱਲੋਂ ਇੱਕ ਆਰਡੀਨੈਂਸ ਜਾਰੀ ਕਰ ਦਿੱਤਾ ਹੈਗਾ ਕਿ ਚਿੱਠੀ ਕੱਢ ਦਿੱਤੀ ਗਈ ਕਿ ਜਿਹੜੇ ਸਿੱਖ ਨੇ ਨਾ ਇਹ ਜਰਾਇਮ ਪੇਸ਼ਾ ਕੌਮ ਨੇ, ਇਹ ਜਨਮ ਤੋਂ ਹੀ ਦੰਗੇ ਕਰਨ ਵਾਲੇ ਨੇ, ਲੜਾਈਆਂ ਝਗੜੇ ਕਰਨ ਵਾਲੇ ਨੇ, ਇਸ ਵਾਸਤੇ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ। 47 ਤੱਕ ਕਿੰਨੇ ਸਿੱਖ ਜਿਹੜੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਕੁਰਬਾਨੀਆਂ ਦਿੰਦੇ ਰਹੇ, ਕਿਵੇਂ ਉਹਨਾਂ ਨੂੰ ਤੋਪਾਂ ਦੇ ਅੱਗੇ ਬੰਨ੍ਹ ਕੇ ਉਡਾ ਦਿੱਤਾ ਜਾਂਦਾ ਰਿਹਾ। ਇਹ ਤੇ ਹੁਣ ਸਾਜ਼ਿਸ਼ਾਂ ਦੇ ਤਹਿਤ ਅਸੀਂ ਸਾਰੇ ਅਲੱਗ-ਅਲੱਗ ਹੋ ਗਏ ਹਾਂ। ਪਹਿਲਾਂ ਸਾਰੇ ਇੱਕੋ ਹੀ ਸੀ, ਕੂਕੇ ਹੋ ਗਏ, ਨਾਮਧਾਰੀ ਹੋ ਗਏ, ਸਾਰੇ ਇੱਕੋ ਹੀ ਪੰਥ 'ਚ ਸ਼ਾਮਲ ਸੀ। ਕੋਈ ਕੂਕਾਂ ਮਾਰ-ਮਾਰ ਕੇ ਰੱਬ ਦਾ ਕੀਰਤਨ ਕਰਦਾ ਸੀ, ਕਿਉਂਕਿ ਇਸ ਤਰ੍ਹਾਂ ਜਦੋਂ ਪੁਰਾਣਾ ਇਤਿਹਾਸ ਅਸੀਂ ਪੜ੍ਹਦੇ ਹਾਂ, ਬਾਬਾ ਰਾਮ ਸਿੰਘ ਜੀ ਤੇ ਆਦਿ, ਇਹ ਸ਼ੁਰੂ ਵਿੱਚ ਸਾਰੇ ਅੰਮ੍ਰਿਤਧਾਰੀ ਗੁਰੂ ਦੇ ਸਿੱਖ ਹੋਏ ਨੇ। ਬਾਅਦ ਵਿੱਚ ਫਿਰ ਅਲੱਗ-ਅਲੱਗ ਬ੍ਰਾਂਚਾਂ ਚੱਲ ਪਈਆਂ, ਅਲੱਗ-ਅਲੱਗ ਡੇਰੇ ਇਤਿਆਦਿਕ ਚੱਲ ਪਏ ਨੇ। ਇੱਥੋਂ ਤੱਕ ਕਿ ਜੇ ਤੁਸੀਂ ਉਹ ਇਤਿਹਾਸ ਪੁਰਾਣਾ ਪੜ੍ਹ ਕੇ ਵੇਖੋ, ਡੇਰਾ ਰਾਧਾ ਸੁਆਮੀ ਬਿਆਸ ਦੀ ਜਿਹੜੀ ਜ਼ਮੀਨ ਸੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਸੀ। ਉਹਦੇ ਬਾਅਦ ਵਿੱਚ ਸਾਰਾ ਕੁਝ ਫਿਰ ਹੌਲੀ ਹੌਲੀ ਅੱਡੋ ਅੱਡਾ ਹੁੰਦਾ ਗਿਆ।
ਜਿਹੜੇ ਰੱਬ ਦੇ ਪਿਆਰੇ ਨੇ ਉਹ ਰੱਬ ਜੀ ਦੀਆਂ ਉਸਤਤਾਂ ਤੇ ਵਡਿਆਈਆਂ ਕਰਦੇ ਹੀ ਰਹੇ ਨੇ, ਤੇ ਜਿਹੜੇ ਵਿਰੋਧੀ ਨੇ ਰਹਿਰਾਸ ਸਾਹਿਬ ਜਦੋਂ ਸ਼ਾਮ ਨੂੰ ਹੁੰਦੀ ਤਾਂ ਉੱਥੇ ਵੀ ਤੇ ਸ਼ਬਦ ਆਉਂਦਾ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਈ ਛਡਾਇਆ। ਮੈਂ ਤੇ ਆਪਣੇ ਮਾਲਕ ਦੀ ਵਡਿਆਈ ਕਰਦਾ ਹਾਂ ਤੇ ਮਾਲਕ ਜੀ ਆਪਣੇ ਭਗਤਾਂ ਦੇ ਰਾਖੇ ਹਨ। ਆਦ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾ, ਨਾਨਕ ਨਾਮ ਮਹਾਰਸ ਮੀਠਾ, ਅਨ ਦਿਨ ਮਨ ਤਨ ਪੀਵਾ। ਅਨ ਦਿਨ ਦਾ ਮਤਲਬ ਹਰ ਰੋਜ਼ ਰੱਬ ਜੀ ਦਾ ਜਿਹੜਾ ਨਾਮ ਆ ਬੇਅੰਤ ਮਿੱਠਾ। ਕਿੰਨਾ ਮਿੱਠਾ? ਫਰੀਦਾ ਸ਼ੱਕਰ ਖੰਡ ਨਿਵਾਤ, ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਣ ਤੁਧ। ਰੱਬ ਜੀ ਜਿੰਨਾ ਤੁਹਾਡਾ ਅੰਮ ਅੱਬੇ ਥਾਵੋਂ ਮਿੱਠੜਾ, ਸਭ ਤੋਂ ਮਿੱਠਾ ਵਾਹਿਗੁਰੂ ਜੀ ਤੁਹਾਡਾ ਨਾਮ। ਤੇ ਮੈਂ ਐਸੇ ਨਾਮ ਨੂੰ, ਐਸੀ ਬਾਣੀ ਦੇ ਰਸ ਨੂੰ ਮੈਂ ਮਨ ਕਰਕੇ ਤਨ ਕਰਕੇ ਮੈਂ ਰੋਜ਼ ਹੀ ਪੀਤਾ, ਮਨ ਵਿੱਚ ਵੀ ਵਿਚਾਰਦਾ ਤੇ ਬਾਹਰੋਂ ਮੂੰਹ ਨਾਲ ਵੀ ਪੜ੍ਹਦਾ, ਕੰਨਾਂ ਨਾਲ ਵੀ ਸੁਣਦਾ। ਹਰ ਆਪੇ ਲਏ ਮਿਲਾਏ, ਕਿਉਂ ਵਿਛੋੜਾ ਥੀਵਈ ਬਲਰਾਮ ਜੀਓ। ਵਾਹਿਗੁਰੂ ਜੀ ਜਿਨ੍ਹਾਂ ਤੇ ਕਿਰਪਾ ਕਰਕੇ ਤੁਸੀਂ ਜਿਨ੍ਹਾਂ ਨੂੰ ਆਪਣੇ ਨਾਲ ਮੇਲ ਲੈਂਦੇ ਹੋ, ਉਹਨਾਂ ਦਾ ਫਿਰ ਤੁਹਾਡੇ ਨਾਲੋਂ ਵਿਛੋੜਾ ਨਹੀਂ ਪੈਂਦਾ। ਜਿਨ੍ਹਾਂ ਨੂੰ ਤੁਸੀਂ ਆਪਣੇ ਨਾਲ ਮਿਲਾ ਲੈਂਦੇ ਹੋ, ਫਿਰ ਤੁਹਾਡੇ ਨਾਲੋਂ ਵਿਛੜਦੇ ਨਹੀਂ, ਉਹ ਫਿਰ ਜੁੜੇ ਰਹਿੰਦੇ ਨੇ। ਕਈ ਜਨਮਾਂ ਦੇ ਜੁੜੇ ਹੀ ਚੱਲੇ ਆ। ਅਸੀਂ ਅੱਜ ਦੇ ਥੋੜ੍ਹੀ ਆ ਰੱਬ ਦੇ ਪਿਆਰੇ ਭਗਤ ਗੁਰੂ ਦੇ ਸਿੱਖ, ਅੱਜ ਦੇ ਥੋੜ੍ਹੀ, ਕਈ ਸਾਲਾਂ। ਪਤਾ ਕਦੋਂ ਦੇ ਆ? ਜਦੋਂ ਦੀ ਦੁਨੀਆ ਬਣੀ। ਜਪਜੀ ਸਾਹਿਬ ਦੀ ਇਸ ਪੰਕਤੀ ਦੇ ਅਰਥ ਪੜ੍ਹ ਲਿਓ, ਸਾਰਾ ਪਤਾ ਚੱਲ ਜਾਏਗਾ। ਕੀਤਾ ਪਸਾਓ ਏਕੋ ਗਵਾਓ, ਤਿਸ ਤੇ ਹੋਏ ਲੱਖ ਦਰਿਆਓ। ਦਰਿਆਓ ਕੀ ਆ? ਸਾਡੀਆਂ ਜ਼ਿੰਦਗੀਆਂ। ਸਾਡੀਆਂ ਜ਼ਿੰਦਗੀਆਂ ਰੂਪੀ ਦਰਿਆ ਚੱਲ ਪਏ। ਕੱਪੜੇ ਬਦਲ ਦਿੰਦੇ ਰਹੇ ਆ, ਕੱਪੜੇ ਮੈਲੇ ਹੋ ਜਾਂਦੇ ਸੀ, ਬਦਲ ਦਿੰਦੇ ਰਹੇ, ਨਵੇਂ ਪਾ ਲੈਂਦੇ ਆ। ਕਹਿਣ ਦਾ ਭਾਵੇਂ ਸਰੀਰ ਕਮਜ਼ੋਰ ਹੋ ਜਾਂਦੇ ਰਹੇ, ਬਜ਼ੁਰਗ ਹੋ ਜਾਂਦੇ ਰਹੇ, ਪੁਰਾਣੇ ਜੀਰਨ ਹੋ ਜਾਂਦੇ ਰਹੇ, ਸਰੀਰ ਬਦਲ ਦਿੰਦੇ ਰਹੇ, ਆਤਮਾ ਉਹੀ ਚੱਲੀ ਆ ਰਹੀ ਉਦੋਂ ਦੀ, ਜਦੋਂ ਦਾ ਸੰਸਾਰ ਬਣਿਆ। ਵਾਹਿਗੁਰੂ ਜੀ ਉਦੋਂ ਦੇ ਤੁਹਾਡੇ ਚਰਨਾਂ ਨਾਲ ਜੁੜੇ ਆ ਤੇ ਅਗਾਂਹ ਵੀ ਜੁੜੇ ਰਹਿਣਾ। ਪੂਰਬ ਜਨਮ, ਇਹ ਸ਼ਬਦ ਵੀ ਪੜ੍ਹਨ ਵਾਲਾ ਜੀ। पूर्व जन्म हम तुमरे सेवक, अब तो मिटिया ना जाई। ਅਸੀਂ ਵਾਹਿਗੁਰੂ ਜੀ ਪੁਰਾਣੇ ਸਮੇਂ ਦੇ ਤੁਹਾਡੇ ਸੇਵਕ ਆ। ਸਾਡੇ ਤੇ ਤੁਸੀਂ ਨਿਸ਼ਾਨ ਲਾਇਆ, ਸਟੈਂਪ ਲਾਈ ਆ। ਦਾਗੇ ਹੋਏ ਸੁਰਨ ਮੈਂ ਜੂਝੈ, ਬਿਨ ਦਾਗੇ ਭਗ ਜਾਈ। ਹਰ ਆਪੇ ਲਏ ਮਿਲਾਏ, ਕਿਉਂ ਵਿਛੋੜਾ ਥੀਵਈ ਬਲਰਾਮ ਜੀਓ। ਜਿਸ ਨੂੰ ਤੇਰੀ ਟੇਕ, ਸੋ ਸਦਾ ਸਦ ਜੀਵਈ ਬਲਰਾਮ ਜੀਓ। ਜਿਹਨੂੰ ਵਾਹਿਗੁਰੂ ਜੀ ਤੁਹਾਡੀ ਟੇਕ, ਤੁਹਾਡਾ ਓਟ ਆਸਰਾ ਮਿਲ ਗਿਆ, ਉਹ ਕਦੇ ਨਹੀਂ ਮਰਦਾ। ਨਾ ਓਏ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਉਹ ਰੱਬ ਦੇ ਪਿਆਰੇ ਸਦਾ ਹੀ ਜਿਉਂਦੇ ਰਹਿੰਦੇ ਨੇ। ਜਿੰਨੇ ਗੁਰੂ ਦੇ ਪਿਆਰੇ ਸੰਤ ਮਹਾਂਪੁਰਸ਼ ਵਿਦਵਾਨ ਰੱਬ ਦੇ ਪਿਆਰੇ, ਉਹ ਸਦਾ ਹੀ ਜਿਉਂਦੇ ਨੇ। ਜਿਨ੍ਹਾਂ ਨੇ ਵੀ ਗੁਰਬਾਣੀ ਦੇ ਅਰਥ ਕੀਤੇ ਨੇ, ਧਾਰਮਿਕ ਕਰਮ ਕੀਤੇ ਨੇ, ਅਨੇਕਾਂ ਹੀ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਭਾਵੇਂ ਭਗਤ ਪੂਰਨ ਸਿੰਘ ਜੀ ਦਾ ਨਾਮ ਲੈ ਲਓ, ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਨਾਮ ਲੈ ਲਓ, ਭਾਈ ਵੀਰ ਸਿੰਘ ਜੀ ਨੂੰ ਚੇਤੇ ਕਰ ਲਓ, ਸ਼ਹੀਦ ਸਿੰਘਾਂ ਨੂੰ ਚੇਤੇ ਕਰ ਲਓ, ਉਹ ਸਦਾ ਹੀ ਜਿਉਂਦੇ ਨੇ। ਉਹ ਰੱਬ ਦੇ ਪਿਆਰੇ ਕਦੇ ਮਰਦੇ ਨਹੀਂ। ਉਹਨਾਂ ਦੀਆਂ ਵਿਚਾਰਾਂ, ਉਹਨਾਂ ਦਾ ਨਾਮ ਸਦਾ ਹੀ ਸੰਸਾਰ ਵਿੱਚ ਰਹਿੰਦਾ। ਅਸੀਂ ਸੋਚਦੇ ਹਾਂ ਕਿ ਸ਼ਾਇਦ ਸਾਡੀ ਔਲਾਦ ਦਾ ਕਰਕੇ ਨਾਮ ਰਹਿੰਦਾ, ਨਹੀਂ, ਸਾਡੇ ਚੰਗੇ ਕੰਮਾਂ ਦਾ ਕਰਕੇ ਸਾਡਾ ਨਾਮ ਰਹਿੰਦਾ। ਜਿਸ ਨੂੰ ਤੇਰੀ ਟੇਕ, ਸੋ ਸਦਾ ਸਦ ਜੀਵਈ ਬਲਰਾਮ ਜੀਓ। ਤੇਰੀ ਟੇਕ ਤੁਝੈ ਤੇ ਪਾਈ, ਸਾਚੇ ਸਿਰਜਣਹਾਰਾ। ਸਾਰਿਆਂ ਨੂੰ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਜੀ ਆਪਣੀ ਟੇਕ, ਆਪਣਾ ਓਟ ਆਸਰਾ
ਆਪਣੇ ਪਿਆਰਿਆਂ ਨੂੰ ਤੁਸੀਂ ਆਪ ਹੀ ਦਿੰਦੇ ਹੋ। ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ। ਦੁੱਖ ਦਿੰਦੇ ਵੀ ਹੋ ਪਰ ਡੋਲਣ ਵੀ ਨਹੀਂ ਦਿੰਦੇ। ਸਫਲ ਦਰਸ਼ਨ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ। ਆਪ ਜੀ ਦੇ ਦਰਸ਼ਨ ਸਫਲ ਨੇ, ਫਲ ਦੇ ਸਹਿਤ ਨੇ। ਪੂਰੇ ਗੁਰੂ ਨੂੰ ਜਿਹੜੇ ਭੇਟਦੇ ਨੇ, ਸੇਵਦੇ ਨੇ, ਸੰਗਤ ਕਰਦੇ ਨੇ, ਸਤਿਗੁਰੂ ਜੀ ਬਚਨ ਕਰਦੇ ਸੀ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਇੱਕ ਅਸੀਂ ਬਾਣੀ ਪੜ੍ਹਦੇ ਹੁੰਦੇ ਸਾਂ ਸ਼ਬਦ ਹਜ਼ਾਰੇ। ਉਹ ਵੈਸੇ ਗੁਰਮੁਖ ਪਿਆਰੇ ਨੇ ਸ਼ਬਦ ਇਕੱਠੇ ਕੀਤੇ ਸੀ। ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਹਜ਼ਾਰੇ ਹੈਡਿੰਗ ਦੇ ਨਾਲ ਸੰਬੰਧਿਤ ਕੋਈ ਬਾਣੀ ਨਹੀਂ ਹੈ। ਉਹ ਵੈਸੇ ਗੁਰਮੁਖ ਪਿਆਰਿਆਂ ਨੇ ਸ਼ਬਦ ਇਕੱਠੇ ਕੀਤੇ। ਪੁਰਾਣੇ ਸਮੇਂ ਤੋਂ ਗੁਟਕੇ ਸਾਹਿਬਾਨਾਂ ਵਿੱਚ ਉਹ ਬਾਣੀ ਚੱਲਦੀ ਆਉਂਦੀ ਆ ਤੇ ਹੁਕਮਨਾਮਾ ਵੀ ਕਈ ਵਾਰੀ ਉਹਦੇ ਵਿੱਚੋਂ ਅਸੀਂ ਇੱਕ ਸਰਵਣ ਕਰਦੇ ਹਾਂ। ਹੋਂ ਕੁਰਬਾਨੇ ਜਾਓ ਮਿਹਰਬਾਨਾ, ਹੋਂ ਕੁਰਬਾਨੇ ਜਾਓ, ਹੋਂ ਕੁਰਬਾਨੇ ਜਾਓ ਤੇ ਨਾ ਕਹਿ ਲੈਨ ਜੋ ਤੇਰਾ ਨਾਉ, ਲੈਨ ਜੋ ਤੇਰਾ ਨਾਉ ਤੇ ਨਾ ਕਹਿ। ਹੋਂ ਸਦ ਕੁਰਬਾਨੇ ਜਾਓ ਧੂੜ ਤੇ ਨਾ ਕੀਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਰੱਬ ਦੇ ਪਿਆਰਿਆਂ ਦਾ ਸਤਿਕਾਰ, ਸਾਧ ਸੰਗਤ ਦਾ ਸਤਿਕਾਰ ਦੱਸਿਆ ਇਹਨਾਂ ਪੰਕਤੀਆਂ 'ਚ। ਸਫਲ ਦਰਸ਼ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ। ਸੰਭਲਿਆ ਸੱਚ ਥਾਨ ਮਾਨ ਮਹੱਤ ਸੱਚ ਪਾਇਆ ਬਲਰਾਮ ਜੀਓ। ਸੰਭਲਿਆ ਦਾ ਮਤਲਬ ਸੰਭਾਲ ਲਿਆ, ਸੱਚੇ ਥਾਨ ਨੂੰ ਸੰਭਾਲ ਲਿਆ। ਸੱਚੇ ਥਾਨ ਦੀ ਪ੍ਰਾਪਤੀ ਹੋ ਗਈ, ਸੱਚਖੰਡ ਦੀ ਪ੍ਰਾਪਤੀ ਹੋ ਗਈ। ਇਹੋ ਜਿਹਾ ਥਾਂ ਮਿਲ ਗਿਆ ਜਿਹਦਾ ਕਦੇ ਨਾਸ਼ ਨਹੀਂ ਹੋਣਾ। ਇਹੋ ਜਿਹਾ ਰਹਿਣ ਦਾ ਥਾਂ ਮਿਲ ਗਿਆ ਜਿੱਥੋਂ ਕਿਸੇ ਨੇ ਇਹ ਨਹੀਂ ਕਹਿਣਾ ਵੀ ਜਾਓ ਹੁਣ। ਪੱਕਾ ਹੀ ਥਾਂ ਮਿਲ ਗਿਆ। ਕਿਹੜਾ? ਵਾਹਿਗੁਰੂ ਦੇ ਚਰਨਾਂ ਵਿੱਚ ਥਾਂ ਮਿਲ ਗਿਆ। ਜਿਵੇਂ ਭਾਈ ਡੱਲੇ ਨੇ ਮਾਲਵੇ 'ਚ ਗਿਆ ਸੀ, ਸਤਿਗੁਰੂ ਜੀ ਆਪਣੇ ਚਰਨਾਂ ਵਿੱਚ ਮੈਨੂੰ ਥਾਂ ਦੇ ਦਿਓ, ਥੋੜੀ ਜਿੰਨੀ ਪੀੜੀ ਜਿੰਨੀ ਥਾਂ ਦੇ ਦਿਓ। ਸਤਿਗੁਰੂ ਜੀ ਨੇ ਬਚਨ ਕੀਤਾ, ਨਹੀਂ ਭਾਈ ਅੰਮ੍ਰਿਤ ਛਕ ਪੂਰਨ ਗੁਰੂ ਦਾ ਸਿੱਖ ਬਣ। ਅੰਮ੍ਰਿਤ ਛਕਣ ਤੋਂ ਬਿਨਾ, ਪੂਰਨ ਗੁਰੂ ਦਾ ਸਿੱਖ ਬਣਨ ਤੋਂ ਬਿਨਾ ਤੈਨੂੰ ਕਿੱਦਾਂ ਥਾਂ ਦੇ ਦੇਗੀ? ਇਸ ਤਰ੍ਹਾਂ ਨਹੀਂ ਥਾਂ ਮਿਲਦੀ। ਰੱਬ ਦੇ ਪਿਆਰਿਆਂ ਨੇ ਪੱਕਾ ਹੀ ਥਾਂ ਮੱਲ ਲਿਆ ਵਾਹਿਗੁਰੂ ਦੇ ਚਰਨਾਂ ਵਿੱਚ। ਤੂੰ ਪਤਾ ਕਿਸ ਤਰ੍ਹਾਂ ਦਾ ਥਾਂ? ਮਾਊਂਟ ਐਵਰੈਸਟ ਵਰਗਾ, ਸੁਮੇਰ ਪਰਬਤ ਵਰਗਾ ਥਾਂ ਵਾ, ਜਿਹੜਾ ਨਾ ਕਦੀ ਡੋਲਦਾ, ਨਾ ਕਦੀ ਹਿਲਦਾ ਤੇ ਨਾ ਅਸੀਂ ਡਿੱਗਦੇ ਆ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਰੱਬ ਦੇ ਪਿਆਰਿਆਂ ਦੀਆਂ ਇੰਨੀਆਂ ਜੜ੍ਹਾਂ ਮਜ਼ਬੂਤ ਨੇ। ਰੱਬ ਦੇ ਪਿਆਰੇ ਦਾ ਬੇਸ, ਆਧਾਰ, ਮੂਲ ਇੰਨਾ ਵੱਡਾ ਵੀ ਨਾ ਰੱਬ ਜੀ ਡੋਲਣ ਤੇ ਨਾ ਰੱਬ ਦਾ ਪਿਆਰਾ ਡਿੱਗੇ। ਸੰਭਲਿਆ ਸੱਚ ਥਾਨ ਮਾਨ ਮਹੱਤ ਦਾ ਅਰਥ ਹੁੰਦਾ ਵਡਿਆਈ। ਮਾਨ ਮਹੱਤ ਸੱਚ ਪਾਇਆ ਬਲਰਾਮ ਜੀਓ। ਰੱਬ ਦੇ ਪਿਆਰਿਆਂ ਨੂੰ ਇੱਜ਼ਤ, ਮਾਣ, ਸਤਿਕਾਰ, ਵਡਿਆਈਆਂ ਮਿਲਦੀਆਂ। ਸਤਿਗੁਰ ਮਿਲਿਆ ਦਇਆਲ, ਗੁਣ ਅਬਿਨਾਸ਼ੀ ਗਾਇਆ ਬਲਰਾਮ ਜੀਓ। ਸਤਿਗੁਰੂ ਜੀ ਦਾ ਮਿਲਾਪ ਹੋਇਆ। ਦਇਆਲ, ਦਇਆ ਪਲਸ ਆਲਿਆ, ਦਇਆ ਦਾ ਘਰ। ਉਸ ਅਬਿਨਾਸ਼ੀ ਵਾਹਿਗੁਰੂ ਜੀ ਦੇ ਗੁਣ ਗਾਏ। ਗੁਣ ਗੋਬਿੰਦ ਗਾਓ ਨਿਤ ਨਿਤ, ਪ੍ਰਾਣ ਪ੍ਰੀਤਮ ਸੁਆਮੀਆਂ। ਵਾਹਿਗੁਰੂ ਜੀ ਕਿਰਪਾ ਕਰੋ ਮੈਂ ਰੋਜ਼ ਹੀ ਤੁਹਾਡੇ ਗੁਣ ਗਾਉਂਦਾ ਰਵਾਂ। ਤੁਹਾਡੇ ਆਸਰੇ ਨੇ ਮੇਰੇ ਪ੍ਰਾਣ ਚੱਲਦੇ ਨੇ। ਜਦੋਂ ਵਾਹਿਗੁਰੂ ਜੀ ਤੁਹਾਡਾ ਆਸਰਾ ਹੀ ਨਾ ਰਵੇ, ਉਦੋਂ ਦੇ ਲੋਕਾਂ ਦੇ ਮੂੰਹ ਦੇ ਉੱਤੇ ਆਕਸੀਜਨ ਦੇ ਉਹ ਕੁੱਪੇ ਜਿਹੇ ਲੱਗੇ ਰਹਿ ਜਾਂਦੇ ਆ। ਸਪੈਸ਼ਲ ਹਸਪੀਟਲਾਂ ਦੇ ਵਿੱਚ ਲੋਕੀ ਪਏ ਹੋਏ, ਆਕਸੀਜਨ ਦੇ ਸਿਲੰਡਰ, ਸਾਰੀਆਂ ਫੈਸਿਲਿਟੀਜ਼ ਅਵੇਲੇਬਲ, ਉਹ ਸਾਹ ਤਾਂ ਵੀ ਬੰਦ ਹੋ ਜਾਂਦੇ ਆ। ਪੁਰਾਣਾ ਦਾ ਸਹਾਰਾ ਕੌਣ ਹੋਇਆ? ਵਾਹਿਗੁਰੂ ਪਰਮਾਤਮਾ। ਗੁਣ ਗੋਬਿੰਦ ਗਾਓ ਨਿਤ ਨਿਤ, ਪ੍ਰਾਣ ਪ੍ਰੀਤਮ ਸੁਆਮੀਆਂ। ਪ੍ਰਾਣ ਆਧਾਰਾ,
ਤੁਸੀਂ ਵਾਹਿਗੁਰੂ ਜੀ ਸਾਡੇ ਪ੍ਰਾਣਾਂ ਦੇ ਆਧਾਰ ਹੋ, ਸਾਡੇ ਆਸਰੇ ਹੋ। ਜਿੰਨਾ ਚਿਰ ਤੁਹਾਡੀ ਕਿਰਪਾ ਨਾ ਉਹਨਾਂ ਚਿਰ ਸਾਡੇ ਸਾਹ ਕੋਈ ਬੰਦ ਕਰ ਨਹੀਂ ਸਕਦਾ। ਇਹ ਹਾਰਟ ਬੀਟ, ਇਹ ਸਾਹ, ਇਹ ਦਿਲ ਦੀ ਧੜਕਨ ਉਹਨਾਂ ਚਿਰ ਵਾਹਿਗੁਰੂ ਜੀ ਚੱਲੀ ਜਾਣੀ ਹੈ। ਸ਼ੁਭ ਦਿਵਸ ਆਏ ਗਹਿ ਕੰਠ ਲਾਏ, ਮਿਲੇ ਅੰਤਰ ਜਾਮੀਆਂ। ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਆਪਣੇ ਕੰਠ ਨਾਲ ਲਾ ਲਿਆ, ਆਪਣੇ ਗਲੇ ਨਾਲ ਲਾ ਲਿਆ। ਸ਼ੁਭ ਦਿਵਸ ਆਏ, ਉਹਨਾਂ ਦੇ ਵਾਸਤੇ ਚੰਗੇ ਦਿਨ ਆ ਗਏ ਨੇ। ਉਹਨਾਂ ਨੇ ਕੋਈ ਚੰਗੇ ਦਿਨਾਂ ਨੂੰ ਉਡੀਕਣਾ ਨਹੀਂ, ਉਹਨਾਂ ਨੇ ਕੋਈ ਸੰਗਰਾਂਦ ਨਹੀਂ ਉਡੀਕਣੀ ਵੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੋਏਗਾ ਤੇ ਫਿਰ ਹੀ ਗੁਰਦੁਆਰੇ ਜਾਣਾ। ਰੱਬ ਦੇ ਪਿਆਰਿਆਂ ਦੇ ਵਾਸਤੇ ਚੰਗੇ ਦਿਨ ਆ ਗਏ ਨੇ, ਉਹਨਾਂ ਦੇ ਵਾਸਤੇ ਸਾਰੇ ਦਿਨ ਚੰਗੇ ਨੇ। ਉਹਨਾਂ ਨੇ ਕੋਈ ਦਿਨਾਂ ਦੀ ਸ਼ਗਨਾਂ ਮਹੂਰਤਾਂ ਇਤਿਆਦਿਕ ਦੀ ਕੋਈ ਵਿਚਾਰ ਨਹੀਂ ਕਰਨੀ। ਰੱਬ ਦੇ ਪਿਆਰਿਆਂ ਦੇ ਵਾਸਤੇ ਸਭ ਕੁਝ ਚੰਗਾ ਹੀ ਚੰਗਾ, ਕਿਉਂਕਿ ਉਹ ਵਾਹਿਗੁਰੂ ਜੀ ਨੂੰ ਮਿਲ ਗਏ ਨੇ। ਸਤ ਸੰਤੋਖ ਵਜਹਿ ਵਾਜੇ, ਅਨਹਦਾ ਝੁਣਕਾਰੇ। ਅੰਦਰ ਵੱਜਦੇ ਨੇ ਵਾਜੇ, ਕਾਹਦੇ? ਸਤ ਦੇ। ਸੱਚ ਮੀਨਸ ਉੱਚਾ ਆਚਰਣ, ਉੱਚਾ ਕਰੈਕਟਰ। ਸੰਤੋਖ ਦੇ ਵਾਜੇ ਵੱਜਦੇ ਨੇ। ਰੱਬ ਦਾ ਪਿਆਰਾ ਇੱਕ ਤੇ ਸੱਚਾ ਵਾ, ਦੂਸਰਾ ਉਹਦੇ ਹਿਰਦੇ ਵਿੱਚ ਸੰਤੋਖ ਆ। ਇਹਨਾਂ ਦੋਨਾਂ ਦੇ ਵੱਜਦੇ ਨੇ ਵਾਜੇ। ਤੇ ਅਰਥ ਪੜ੍ਹਦੇ ਆ ਪਤਾ ਚੱਲਾ, ਜਦੋਂ ਸਾਧ ਸੰਗਤ ਜੀ ਵੱਜਦੇ ਹੋਣ ਨਾ ਵਾਜੇ, ਉਦੋਂ ਫਿਰ ਛੋਟੀ ਮੋਟੀ ਗੱਲ ਕੋਈ ਨਹੀਂ ਸੁਣਦੀ। ਉਦੋਂ ਲਾਗੇ ਤੁਹਾਡੇ ਕੋਈ ਜਿਵੇਂ ਕਿਸੇ ਦੀ ਬਰਾਤ ਆਈ ਹੋਵੇ, ਉੱਥੇ ਵਾਜੇ ਵੱਜਦੇ ਹੋਣ, ਉੱਥੇ ਆਪਾਂ ਕਿਸੇ ਨੂੰ ਕੋਈ ਮੈਸੇਜ ਦੇਣਾ ਹੋਵੇ, ਉਹ ਵੱਡੇ ਵੱਡੇ ਵਾਜੇ ਜਦੋਂ ਵਜਾਉਂਦੇ ਹੋ ਤੇ ਕੰਨ ਬੋਲੇ ਹੋ ਜਾਂਦੇ ਆ, ਕਿਸੇ ਨੂੰ ਕੁਝ ਨਹੀਂ ਸੁਣਦਾ। ਇਹਨੂੰ ਲੇਟੈਸਟ ਅਰਥ ਇਸ ਤਰ੍ਹਾਂ ਕਹਿ ਲਓ ਜਿਵੇਂ ਕਿਧਰੇ ਡੀਜੇ ਦੇ ਵਾਜੇ ਵੱਜੇ ਹੋਣ। ਜਿਵੇਂ ਹੁਣ ਇੱਕ ਨਵਾਂ ਅਟੈਕ ਹੋ ਰਿਹਾ ਟਿੱਡੀ ਦਲ ਦਾ, ਉਹਦੇ ਵਾਸਤੇ ਲੋਕੀ ਟਰੈਕਟਰਾਂ ਦੇ ਵੱਡੇ ਵੱਡੇ ਸਪੀਕਰ ਬੰਨ੍ਹ ਕੇ ਤੇ ਉਹ ਖੇਤਾਂ 'ਚ ਵਜਾਉਂਦੇ ਫਿਰਦੇ ਵੀ ਟਿੱਡੀਆਂ ਆਪਦੇ ਭੱਜ ਜਾਣ। ਇੱਕ ਨਵੀਂ ਮੁਸੀਬਤ ਜਿਹੜੀ ਆ ਰਹੀ ਆ, ਰਹੋ ਵਿਚਾਰ। ਜਦੋਂ ਵੱਜਦੇ ਹੋਣ ਵੱਡੇ ਵੱਡੇ ਸਪੀਕਰ, ਵਾਜੇ ਵੱਜਦੇ ਹੋਣ, ਉਦੋਂ ਨਿੱਕੀ ਮੋਟੀ ਗੱਲ ਤੇ ਸੁਣਦੀ ਨਹੀਂ। ਉਦੋਂ ਦੂਸਰੇ ਨੂੰ ਕਹਿਣਾ ਪੈਂਦਾ ਵੀ ਥੋੜਾ ਜਿਹਾ ਲਾਂਬੇ ਹੋ ਕੇ ਮੇਰੀ ਗੱਲ ਸੁਣ। ਜਦੋਂ ਸਾਡੇ ਹਿਰਦੇ ਵਿੱਚ ਸਤ ਸੰਤੋਖ ਦੇ ਵਾਜੇ ਵੱਜਦੇ ਨੇ ਨਾ, ਉਦੋਂ ਫਿਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ। ਇਹ ਤੇ ਐਵੇਂ ਬਸ ਇਹਨਾਂ ਦੀ ਗੱਲ ਵੱਲ ਧਿਆਨ ਹੀ ਨਹੀਂ ਜਾਂਦਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਬਹੁਤ ਨੀਵੇਂ ਪੱਧਰ ਦੀਆਂ ਗੱਲਾਂ ਰਹਿ ਜਾਂਦੀਆਂ ਨੇ, ਕਿਉਂਕਿ ਵੱਡੇ ਵੱਡੇ ਵਾਜੇ ਵੱਜ ਗਏ ਨੇ। ਸਤ ਦੇ ਵਾਜੇ ਵੱਜਦੇ, ਉੱਚੇ ਆਚਰਣ ਦੇ, ਸੰਤੋਖ ਦੇ ਵਾਜੇ ਵੱਜਦੇ ਨੇ। ਉਹਨਾਂ ਦੇ ਵਿੱਚ ਵਿਸ਼ਿਆਂ ਵਿਕਾਰਾਂ ਦਾ ਕੋਈ ਰੌਲਾ ਨਹੀਂ ਸੁਣਦਾ। ਰੱਬ ਦਾ ਪਿਆਰਾ ਕਹਿ ਦਿੰਦਾ ਵੀ ਤੁਸੀਂ ਇੱਥੇ ਕੀ ਕਰਦੇ ਹੋ? ਸਾਡੇ ਘਰ ਦੇ ਵਾਜੇ ਵੱਜਦੇ ਪਏ, ਭਾਵ ਮੇਰੇ ਹਿਰਦੇ ਦੇ ਵਿੱਚ ਤੇ ਸ਼ੁਭ ਗੁਣਾਂ ਦੇ ਵਾਜੇ ਵੱਜਦੇ ਨੇ। ਜਾਓ ਭਾਜੋ ਇੱਥੋਂ, ਦੌੜ ਜਾਓ। ਜਿਵੇਂ ਕਿਸੇ ਘਰ ਵਿੱਚ ਵਿਆਹ ਹੋਵੇ ਤੇ ਲੋਕੀ ਗਰੀਬਾਂ ਗੁਰਬਿਆਂ ਮੰਗਤਿਆਂ ਨੂੰ ਭਜਾ ਦਿੰਦੇ ਵੀ ਬਾਅਦ ਚ ਆਇਓ, ਹੁਣ ਸਾਡੇ ਰਿਸ਼ਤੇਦਾਰ ਆਏ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਆਇਆ ਵੀ ਹੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਭੱਜ ਜਾਓ ਮੇਰੇ ਹਿਰਦੇ ਵਿੱਚੋਂ। ਮੇਰੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਆਏ, ਮੇਰੇ ਪਤੀ ਪਰਮਾਤਮਾ ਜੀ ਆਏ ਨੇ, ਤੁਸੀਂ ਇੱਥੇ ਕੀ ਕਰਦੇ ਹੋ? ਨਸ ਵੰਜੋ ਕਿਲ ਵਿਖੋ, ਕਰਤਾ ਘਰ ਆਇਆ। ਮੇਰੇ ਘਰ ਵਿੱਚ ਤੇ ਵਾਹਿਗੁਰੂ ਜੀ ਆਏ ਨੇ, ਤੇ ਤਾਂ ਕਰਕੇ ਵਿਕਾਰਾਂ ਦਾ ਕੋਈ ਕੰਮ ਨਹੀਂ ਹੁਣ ਇੱਥੇ। ਸਤ ਸੰਤੋਖ ਵਜਹਿ ਵਾਜੇ, ਅਨਹਦਾ ਝੁਣਕਾਰੇ। ਇਹ ਜਿਹੜੇ ਵਾਜੇ ਵੱਜਦੇ ਨੇ, ਕੀ ਇਹ ਕਦੇ ਬੰਦ ਵੀ ਹੋਣਗੇ? ਬਾਹਰਲੇ ਦੁਨਿਆਵੀ ਵਾਜੇ ਵਜਾਉਣ ਵਾਲੇ ਤੇ ਥੱਕ ਜਾਂਦੇ ਆ, ਉਹਨਾਂ ਨੂੰ ਤੇ ਸਾਹ ਲੈਣਾ ਪੈਂਦਾ। ਇਹ ਜਿਹੜੇ ਵਾਜੇ ਨੇ ਨਾ ਸ਼ੁਭ ਗੁਣਾਂ ਦੇ, ਇਹ ਕੀ ਆ? ਅਨਹਦਾ। ਇਹਨਾਂ ਦੀ ਹੱਦ ਕੋਈ ਨਹੀਂ ਆ। ਇਹ ਬਸ ਇੱਕ ਵਾਰੀ ਸ਼ੁਰੂ ਹੋ ਗਏ ਤੇ ਫਿਰ ਵੱਜੀ ਜਾਂਦੇ ਨੇ। ਝੁਣਕਾਰੇ, ਇਹਨਾਂ ਦੀ ਜਿਹੜੀ ਝੁਣਕਾਰ ਆ, ਇਹਨਾਂ ਦੀ ਜਿਹੜੀ ਟਿਊਨ ਆ, ਬੜੀ ਮਿੱਠੀ ਆ, ਬੜਾ ਆਨੰਦ ਆ। ਰੱਬ ਦਾ ਪਿਆਰਾ ਇੱਕ ਵਾਰੀ ਉਸ ਅਵਸਥਾ ਦੇ ਵਿੱਚ ਪਹੁੰਚ ਗਿਆ, ਫਿਰ ਵਿਸ਼ਿਆਂ ਵਿਕਾਰਾਂ ਇਤਿਆਦਿਕ ਦਾ ਕੋਈ ਅਸਰ ਨਹੀਂ। ਭਾਵੇਂ ਫਿਰ ਹੀਰੇ ਜਵਾਹਰਾਤਾਂ ਦੇ ਤਲਾਬ ਭਰੇ ਹੋਣ ਤੇ ਜੋਗੀ ਗੁਰੂ ਨਾਨਕ ਸਾਹਿਬ ਨੂੰ ਘੱਲਣ ਵੀ ਜਾ ਬਾਲੇ, ਬਾਲੇ ਮਤਲਬ ਬੱਚੇ, ਜਾ ਬੱਚਿਆਂ ਉਥੋਂ ਪਾਣੀ ਲੈ ਕੇ ਆ ਸਰੋਵਰ ਤੋਂ। ਗੁਰੂ ਸਾਹਿਬ ਖਾਲੀ ਮੋੜ ਆਉਂਦੇ ਨੇ। ਉਹ ਜਾਂਦੇ ਤੇ ਵੇਂਦੇ ਤਲਾਬ ਵਿੱਚ ਹੀਰੇ ਜਵਾਹਰਾਤ, ਮੋਤੀ, ਮੂੰਗੇ, ਪੁਖਰਾਜ ਇਤਿਆਦਿਕ ਬੜੇ ਮਹਿੰਗੀ ਬੇਸ਼ਕੀਮਤੀ ਪੱਥਰ ਪਏ। ਤੇ ਗੁਰੂ ਸਾਹਿਬ ਮੋੜ ਆਉਂਦੇ ਆ। ਜੋਗੀ ਕਹਿੰਦੇ ਜੀ ਉਹ ਪਾਣੀ ਨਹੀਂ ਲਿਆਏ। ਗੁਰੂ ਸਾਹਿਬ ਕਹਿੰਦੇ ਜੀ ਪਾਣੀ ਉੱਥੇ ਹੈ ਹੀ ਨਹੀਂ ਸੀ। ਜੋਗੀ ਕਹਿੰਦੇ ਜੀ ਉੱਥੇ ਹੋਰ ਨਹੀਂ ਸੀ ਕੁਝ। ਤੇ ਗੁਰੂ ਸਾਹਿਬ ਵਚਨ ਕਰਦੇ ਵੀ ਮੈਂ ਪਾਣੀ ਲੈਣ ਗਿਆ ਸੀ, ਹੋਰ ਕਿਸੇ ਚੀਜ਼ ਨਾਲ ਮੇਰਾ ਸੰਬੰਧ ਹੀ ਨਹੀਂ। ਪਾਣੀ ਠੌਰ ਨਹੀਂ ਤਿਸ ਤਾਲਾ,
मैं जिहड़ी चीज़ लैन गया सी उत्थे है नहीं सी, हीरे जवाहरात मैं लैन ही नहीं सी गया। कहण दा भाव विषयां विकारां दीयां जिहड़ियां आवाज़ां ये थल्ले दबीਆਂ ਜਾਂਦੀਆਂ सत संतोख दे वाजियां दे हेठां। आनंद साहिब दे विच भी वाजे वजन दा जिक्र आया। सुन पै बिनासे सगल नानक प्रभ पुरख करने हारे। रब जी का नाम सुन के, गुरु की बाणी सुन के सारे डर दूर हो गए। उस पुरख सारिਆਂ ਵਿੱਚ ਵਸੇ ਹੋਏ ਕਾਲ ਪੁਰਖ ਵਾਹਿਗੁਰੂ ਜੀ ਸਾਰੇ ਕਾਰਨਾਂ ਦੇ ਕਰਨ ਵਾਲੇ ਹਨ। ਤੇ ਸ਼ਬਦ ਦਾ ਚੌਥਾ ਬੰਦ ਉਪਜਿਆ ਤਤ ਗਿਆਨ ਸੋ ਹੋਰੇ ਪਈਐ ਇੱਕ ਹਰ ਬਲਰਾਮ ਜੀਓ। ਹੁਣ ਤੇ ਜੀ ਗਿਆਨ ਦਾ ਤਤ, ਗਿਆਨ ਦਾ ਨਿਚੋੜ, ਤਤ ਗਿਆਨ ਗੁਰੂ ਦਾ ਗਿਆਨ ਪ੍ਰਾਪਤ ਹੋ ਗਿਆ। ਸਹੁਰੇ ਵੀ ਤੇ ਪੇਕੇ ਵੀ, ਭਾਵ ਅੰਦਰ ਵੀ ਤੇ ਬਾਹਰ ਵੀ, ਇੱਥੇ ਵੀ ਤੇ ਉੱਥੇ ਵੀ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਹੁਣ ਤੇ ਆਨੰਦ ਹੀ ਆਨੰਦ ਹੈ। ਇਹ ਸਹੁਰੇ ਪੇਕੇ ਦੀ ਜਿਹੜੀ ਕਥਾ ਗੁਰਬਾਣੀ ਵਿੱਚ ਇਹਦੇ ਨਾਲ ਸੰਬੰਧਿਤ ਕਈ ਸ਼ਬਦ ਆਏ ਨੇ। ਇਹ ਕੁਝ ਦਿਨ ਪਹਿਲਾਂ ਆਲਰੇਡੀ ਮੈਂ ਕੀਤੀ ਸੀ, ਉਹਦੀ ਰਿਕਾਰਡਿੰਗ ਪਈ ਹੈ। ਅਗਰ ਕਿਸੇ ਕੋਲ ਬਹੁਤਾ ਸਮਾਂ ਹੋਵੇ ਤਾਂ ਤੁਸੀਂ ਸੁਣ ਸਕਦੇ ਹੋ। ਇਹ ਸਹੁਰੇ ਪੇਕਿਆਂ ਦੀ ਗੱਲ ਸਮਝਣ ਵਾਸਤੇ ਮੈਨੂੰ ਲੱਗਦਾ 2-3 ਘੰਟੇ ਦੀ ਕਥਾ ਇਹਦੇ ਨਾਲ ਸੰਬੰਧਿਤ। ਉੱਥੇ ਇਹ ਕਲੀਅਰ ਕੀਤਾ, ਸਪਸ਼ਟ ਕੀਤਾ ਵੀ ਜਿਹੜੇ ਹੈਗੇ ਹਨ ਪੇਕੇ ਉਹ ਸਾਡੇ ਅੰਦਰ ਹੀ ਨੇ, ਕਿਉਂਕਿ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਵਸਦੇ ਨੇ, ਤੇ ਸਹੁਰੇ ਬਾਹਰ ਨੇ। ਤੇ ਉੱਥੇ ਫਿਰ ਬੜੇ ਸ਼ਬਦ ਆਏ ਨੇ। ਮਤ ਮਾਤਾ ਸੰਤੋਖ ਪਿਤਾ ਸਸੂ ਤੇ ਬਿਰ ਕੀਨੀ ਵਾਖ। घर के वडे घर के जठेरे की चूकी कान। इत्यादि को सारे शब्द ने। फुफी नानी मासियां देर जेठानड़ियां आवन वंजन ना रहन पूर भरे पईयां। इस तरह के शब्द सारे ਇਹਦੇ ਨਾਲ ਸੰਬੰਧਿਤ ਨੇ। ਸਭਨਾ ਸਹੁਰੇ ਵੰਜਨਾ ਸਭ ਮੁਕਲਾਵਨ ਹਾਰ। ਸਿੱਧਾ ਅਰਥ ਇਹ ਸਮਝ ਲਓ ਵੀ ਇੱਥੇ ਉੱਥੇ ਅੰਦਰ ਬਾਹਰ ਸਾਰੇ ਪਾਸੇ ਰੱਬ ਜੀ ਦਾ ਤਤ ਗਿਆਨ ਪ੍ਰਾਪਤ ਹੋ ਗਿਆ, ਗੁਰੂ ਦਾ ਗਿਆਨ ਪ੍ਰਾਪਤ ਹੋ ਗਿਆ। ਉਪਜਿਆ ਤਤ ਗਿਆਨ ਸਹੁਰੇ ਪਈਐ ਇੱਕ ਹਰ ਬਲਰਾਮ ਜੀਓ। ਬ੍ਰਹਮੇ ਬ੍ਰਹਮ ਮਿਲਿਆ ਕੋਏ ਨਾ ਸਾਕੈ ਭਿੰਨ ਕਰ ਬਲਰਾਮ ਜੀਓ। ਵਾਹਿਗੁਰੂ ਦੇ ਵਿੱਚ ਰੱਬ ਦਾ ਪਿਆਰਾ ਹੋ ਗਿਆ ਇੱਕ ਮਿਕ। ਹੁਣ ਇਹਨਾਂ ਨੂੰ ਕੋਈ ਭਿੰਨ ਨਹੀਂ ਕਰ ਸਕਦਾ। ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ। ਰੱਬ ਦੇ ਪਿਆਰੇ ਦੀ ਜੋਤ ਵਾਹਿਗੁਰੂ ਦੇ ਵਿੱਚ ਰਲ ਗਈ। ਇਹ ਹੁਣ ਦੋਨੋਂ ਇੱਕ ਮਿਕ ਹੀ ਹੋ ਗਏ ਨੇ। ਹੁਣ ਇਹ ਤਾਣੇ ਪੇਟੇ ਵਾਂਗੂ। ਤਾਣਾ ਪੇਟਾ ਕੀ ਹੁੰਦਾ? ਜਿਹੜਾ ਮੰਜਾ ਨਾ, ਜਿਹੜੇ ਲੋਕਾਂ ਨੇ ਉਣਦਿਆਂ ਵੇਖਿਆ, ਸਭ ਤੋਂ ਪਹਿਲਾਂ ਉਹਦੇ ਵਿੱਚ ਲੰਬੀਆਂ ਰੱਸੀਆਂ ਉਣ ਦਿੰਦੇ ਨੇ, ਲੰਬੀਆਂ ਰੱਸੀਆਂ। ਬਾਅਦ ਵਿੱਚ ਲੰਬੀਆਂ ਰੱਸੀਆਂ ਦੇ ਵਿੱਚੋਂ ਛੋਟੀਆਂ ਰੱਸੀਆਂ ਲੰਘਾਈ ਜਾਂਦੇ ਨੇ, ਅਲੱਗ-ਅਲੱਗ ਡਿਜ਼ਾਈਨ। ਇੱਕ ਬੰਦਾ ਤੇ ਵੇਖਿਆ ਬਲਾਈਂਡ, ਅੰਨਾ, ਉਹਨੂੰ ਦਿਖਾਈ ਨਹੀਂ ਦਿੰਦਾ। ਉਹ ਸਾਡੇ ਇਲਾਕੇ 'ਚ ਉਧਰ ਤਰਨਤਾਰਨ ਵੱਲ, ਉਹ ਬਲਾਈਂਡ ਬੰਦਾ ਇੰਨਾ ਵਧੀਆ ਮੰਜਾ ਉਣਦਾ ਜੀ, ਕਮਾਲ ਕਰ ਦਿੰਦਾ। ਰੱਬ ਜੀ ਦੀ ਕਲਾ ਵਾ ਨਾ, ਬੰਦਾ ਉਹ ਬਲਾਈਂਡ ਆ ਤਾਂ ਵੀ ਮੰਜੇ ਉਣ ਦਿੰਦਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਣੇ ਪੇਟੇ ਦਾ ਜ਼ਿਕਰ ਆਇਆ ਵਾ। ਤਾਣਾ ਲੰਬੀਆਂ ਰੱਸੀਆਂ, ਪੇਟਾ ਜਿਹੜੀਆਂ ਛੋਟੀਆਂ ਉਹਦੇ ਵਿੱਚੋਂ ਦੀ ਲੰਘੀਆਂ ਹੁੰਦੀਆਂ ਨੇ। ਰੱਬ ਦੇ ਤੇ ਉਹਦਾ ਫਿਰ ਪਤਾ ਨਹੀਂ ਚੱਲਦਾ ਵੀ ਇਹ ਰੱਸੀ ਜੀ ਕਿੱਥੋਂ ਸ਼ੁਰੂ ਹੋਈ ਸੀ, ਕਿੱਥੇ ਜਾ ਕੇ ਮੁੱਕਦੀ ਆ। ਉਹ ਇੰਨੀਆਂ ਆਜ਼ਾਦੀਆਂ ਇੱਕ ਦੂਜੇ ਦੇ ਵਿੱਚ ਜਿਹੜੀਆਂ ਰੱਸੀਆਂ ਨੇ ਮਿਲੀਆਂ ਹੁੰਦੀਆਂ ਨੇ। ਸੇਮ ਹੀ ਕੰਡੀਸ਼ਨ ਸਾਡੇ ਜਿੰਨੇ ਕੱਪੜੇ, ਸਾਰੇ ਰੁਮਾਲੇ ਕੱਪੜੇ, ਇਹ ਸਾਰੇ ਇਸ ਤਰ੍ਹਾਂ ਹੀ, ਸਾਰਿਆਂ 'ਚ ਤਾਣਾ ਪੇਟਾ ਹੀ ਆ। ਸਾਰੇ ਧਾਗੇ ਹੀ ਨੇ, ਲੰਬਿਆਂ ਧਾਗਿਆਂ ਵਿੱਚੋਂ ਛੋਟੇ ਧਾਗੇ ਲੰਘਾਏ ਨੇ, ਕੱਪੜੇ ਬਣ ਜਾਂਦੇ। ਤੇ ਪਤਾ ਥੋੜੀ ਚੱਲਦਾ ਵੀ ਕਿਹੜੀ ਰੱਸੀ ਕਿਧਰ ਨੂੰ ਸ਼ੁਰੂ ਹੋਈ ਆ, ਕਿੰਨੀਆਂ ਬਰੀਕ ਤਾਰਾਂ, ਸਭ ਕੁਝ ਮਿਕਸ ਅਪ ਹੋ ਜਾਂਦਾ। ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਉਹ ਵਾਹਿਗੁਰੂ ਵਿੱਚ ਇਸ ਤਰ੍ਹਾਂ ਰਲ ਮਿਲ ਜਾਂਦੇ, ਫਿਰ ਕੋਈ ਨਹੀਂ ਪਤਾ ਚੱਲਦਾ। ਬ੍ਰਹਮੇ ਬ੍ਰਹਮ ਮਿਲਿਆ ਕੋਏ ਨਾ ਸਾਕੈ ਭਿੰਨ ਕਰ ਬਲਰਾਮ ਜੀਓ। ਬਿਸਮ ਪੇਖੈ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ। ਬਿਸਮ ਹੈਰਾਨ, ਬਿਸਮਾਦ ਹੈਰਾਨ ਕੁਨ ਅਵਸਥਾ, ਜਿੱਥੇ ਹੈਰਾਨ ਹੀ ਹੋਈ ਜਾਈਏ
ਵੀ ਵਾਹਿਗੁਰੂ ਜੀ ਧੰਨ ਤੁਸੀਂ ਤੇ ਧੰਨ ਤੁਹਾਡੀ ਕੁਦਰਤ, ਧੰਨ ਤੁਹਾਡੀ ਕੁਦਰਤ। ਤੁਸੀਂ ਵਾਹਿਗੁਰੂ ਜੀ ਕੀ ਕੁਝ ਕਰੀ ਜਾਂਦੇ ਹੋ, ਜਿਹੜੇ ਪਾਸੇ ਨਜ਼ਰ ਮਾਰਦੇ ਆ ਨਾ ਹੈਰਾਨ ਕਰਨ ਵਾਲੇ ਕੰਮ ਹੋਈ ਜਾਂਦੇ ਨੇ, ਅਸਚਰਜ ਕਰਨ ਵਾਲੇ ਵਾਹਿਗੁਰੂ ਜੀ ਤੁਹਾਡੇ ਕਾਰਜ ਨੇ। ਆਪਣੇ ਆਪ ਹੀ ਸਾਰਾ ਸੰਸਾਰ ਕਿਵੇਂ ਚੱਲਿਆ ਜਾ ਰਿਹਾ। ਤਾਂ ਉੱਥੇ ਮੇਰੀ ਆ ਸੇਵਾ ਕਰਦਾ ਮੈਂ, ਦੁਰਗਾਪੁਰ ਜਿਹੜਾ ਆਪਣਾ ਦੂਸਰਾ ਗੁਰਦੁਆਰਾ ਸਾਹਿਬ ਆ, ਤੇ ਉਹ ਪੁਰਾਣੀ ਬਿਲਡਿੰਗ ਢਾਹ ਦਿੱਤੀ, ਉੱਥੇ ਨਵੀਂ ਇਮਾਰਤ ਬਣ ਗਈ। ਉੱਥੇ ਕੌਤਕ ਵੇਖਿਆ ਮੈਂ, ਪਤਾ ਕਿਹੜਾ, ਟਟੀਰੀ ਨੇ ਉੱਥੇ ਥਾਂ ਵੇਖ ਕੇ ਨਾ ਪੱਕੀ ਫਰਸ਼ ਤੇ 3 ਆਂਡੇ ਦਿੱਤੇ, ਉਹਦੇ ਉੱਤੇ ਉਹ ਬੈਠੀ ਰਹੀ ਲਗਭਗ ਕਈ ਦਿਨ। ਮੀਂਹ ਆਏ ਇਹਨਾਂ ਪਿਛਲੇ 15-20 ਦਿਨਾਂ 'ਚ, ਮੀਂਹ ਆਏ, ਹਨੇਰੀਆਂ ਆਈਆਂ, ਝੱਖੜ ਤੂਫਾਨ, ਉਹ ਨਹੀਂ ਉੱਥੋਂ ਉੱਠੀ। ਤੇ ਫਿਰ ਉਹ ਬੱਚੇ, ਆਂਡਿਆਂ ਦੇ ਵਿੱਚੋਂ ਨਾ ਬੱਚੇ ਨਿਕਲੇ। ਇੱਕ ਦੇਖੋ, ਇੱਕ ਬੱਚਾ ਨਿਕਲਿਆ 1 ਦਿਨ ਦਾ, ਨਿਕਲਦਿਆਂ ਸਾਰੀ ਉਹ ਤੁਰਨ ਲੱਗ ਪਿਆ। ਫਿਰ ਉਹ ਪੰਛੀ ਉਹਨਾਂ ਨੂੰ ਚੋਗਾ ਚੁਗਣਾ ਸਿਖਾਉਂਦੇ ਨੇ। ਜੇ ਉਹਨਾਂ ਦੇ ਵੱਲ ਕੋਈ ਜਾਵੇ, 1 ਦਿਨ ਦੇ ਬੱਚੇ ਨੂੰ ਸੋਝੀ, ਉਹ ਘਾਹ 'ਚ ਲੁਕ ਜਾਂਦੇ। 1 ਦਿਨ ਦਾ ਬੱਚਾ, ਉਹ ਸਾਰੀ ਸੋਝੀ ਕਿਹਨੇ ਦਿੱਤੀ ਆ? ਵਾਹਿਗੁਰੂ ਜੀ। ਉਹਨਾਂ ਨੂੰ ਸਿਖਾਇਆ ਕਿਸੇ ਨੇ ਵੀ ਜਦੋਂ ਕੋਈ ਬੰਦਾ ਆਵੇ ਤਾਂ ਤੁਸੀਂ ਕਿੱਦਾਂ ਆਪਣੀ ਸੇਫਟੀ ਕਰਨੀ, ਕਿੱਦਾਂ ਲੁਕਣਾ ਵਾ। 1 ਦਿਨ ਦਾ ਬੱਚਾ ਘਾਹ 'ਚ ਲੁਕ ਜਾਂਦਾ ਵੀ ਕਿਧਰੇ ਸਾਨੂੰ ਕੋਈ ਮਾਰ ਹੀ ਨਾ ਦੇਵੇ। ਜੇ ਕੋਈ ਕਾਂ ਇਤਿਆਦਿਕ ਆਵੇ ਤੇ ਉਹ ਪੰਛੀ ਉਹਨਾਂ ਵੱਲ ਨੂੰ ਭੱਜ ਕੇ ਜਾਂਦੇ ਵੀ ਕੋਈ ਸਾਡਾ ਬੱਚਾ ਨਾ ਚੁੱਕ ਕੇ ਲੈ ਜਾਵੇ। ਇਹ ਸਾਰੀ ਸੋਝੀ ਕਿਹਨੇ ਦਿੱਤੀ ਆ? ਅਕਾਲ ਪੁਰਖ ਵਾਹਿਗੁਰੂ ਜੀ। ਇਹ ਕੁਦਰਤ ਆ। ਜਦੋਂ ਕੁਦਰਤ ਨੂੰ ਵੇਖੀਦਾ ਹੈਰਾਨ ਹੋ ਜਾਈਦਾ। ਹੋਰ ਵੇਖ ਲਓ, ਬਨਸਪਤੀ ਵੇਖ ਲਓ, 18 ਭਾਰ ਬਨਸਪਤੀ ਆ। ਇਹਦਾ ਅਰਥ ਹੁੰਦਾ ਵੀ ਸਾਰੇ ਪੇੜ ਪੌਦਿਆਂ, ਵਿਦਵਾਨਾਂ ਦਾ ਮੰਨਣਾ, ਸਾਰੇ ਪੇੜ ਪੌਦਿਆਂ, ਰੁੱਖਾਂ, ਬੂਟਿਆਂ, ਫੁੱਲਾਂ ਦਾ ਇੱਕ ਇੱਕ ਪੱਤਾ ਤੋੜ ਕੇ ਉਹਨੂੰ ਜਦੋਂ ਤੋਲਦੇ ਨੇ, ਉਹ ਕਹਿੰਦੇ 18 ਭਾਰ ਹੁੰਦਾ। ਪੁਰਾਣੇ ਸਮੇਂ ਤੋਂ ਰੱਬ ਦੇ ਪਿਆਰੇ ਸੰਤ ਮਹਾਂਪੁਰਸ਼ ਮੰਨਦੇ ਆਉਂਦੇ ਨੇ। ਉਹਦੇ ਵਿੱਚ ਵੀ ਤੇ ਕੁਦਰਤੀ ਕੰਮ ਕਰਦੀ ਹੈ। ਜਿੰਨੀਆਂ ਵੇਲਾਂ ਨੇ ਉਹਨਾਂ ਦੇ ਵਿੱਚੋਂ ਜਿਹੜੀਆਂ ਸਪੋਰਟ ਵਾਲੀਆਂ ਧਾਗੇ ਨਿਕਲਦੇ ਆ, ਉਹ ਕਿਸ ਤਰ੍ਹਾਂ ਵੇਖੋ, ਉਹਨਾਂ ਨੂੰ ਕਿਹੜਾ, ਵੇਲਾਂ ਨੂੰ ਕਿਹੜਾ ਦਿਖਾਈ ਦਿੰਦਾ? ਉਹ ਤਾਂ ਵੀ ਵਿੱਚੋਂ ਆਪਣੇ ਸਪੋਰਟ ਵਾਸਤੇ ਵੀ ਅਸੀਂ ਫੜ ਕੇ ਕੋਈ ਮੋੜੀਆਂ, ਕੋਈ ਕੰਧਾਂ, ਕੋਈ ਚੀਜ਼ ਫੜ ਕੇ ਗਾਂਹ ਵੱਧਦੇ ਜਾਈਏ। ਕਿਵੇਂ ਜਿਹੜਾ ਵੀ ਉਹਨਾਂ ਨੂੰ ਘਾਹ ਬੂਟਾ ਮਿਲੇ ਉਹਨੂੰ ਕਿਵੇਂ ਵੱਲ ਮਾਰ ਕੇ ਗਾਂਹ ਆਪਣਾ ਸਫ਼ਰ ਕਰਦੇ ਨੇ। ਉਹਨਾਂ ਦੇ ਵਿੱਚ ਇਹ ਸੋਝੀ ਕਿੰਨੇ ਪਾਈ ਆ? ਅਕਾਲ ਪੁਰਖ ਵਾਹਿਗੁਰੂ ਜੀ ਨੇ। ਪਰਮਾਤਮਾ ਜੀ ਸਾਰੀ ਕਾਇਨਾਤ ਦੇ ਵਿੱਚ ਵਸੇ ਨੇ, ਜੀਵਾਂ ਵਿੱਚ। ਜਲ ਥਲ ਮਹੀਲ, ਇਹ ਅੱਗੇ ਸ਼ਬਦ ਆ ਹੀ ਗਿਆ ਸਾਧ ਸੰਗਤ ਜੀ, ਇੱਥੇ ਲਿਖਿਆ ਹੈ ਅੱਜ ਦੇ ਹੁਕਮਨਾਮਾ ਸਾਹਿਬ ਵਿੱਚ। ਵਾਹਿਗੁਰੂ ਜੀ ਤੁਸੀਂ ਸਾਰੀਆਂ ਥਾਵਾਂ ਤੇ ਵਸੇ ਹੋਏ ਹੋ, ਪੇੜਾਂ, ਪੌਦਾਂ, ਪੰਛੀਆਂ, ਜਾਨਵਰਾਂ, ਬਨਸਪਤੀ ਦੇ ਵਿੱਚ, ਸਾਰੀ ਕਾਇਨਾਤ ਦੇ ਵਿੱਚ ਤੁਸੀਂ ਵਸੇ ਹੋਏ ਹੋ। ਨਿੱਕੀਆਂ ਨਿੱਕੀਆਂ ਕੀੜੀਆਂ ਦੇ ਵਿੱਚ ਤੁਹਾਡਾ ਵਾਸਾ, ਉਹ ਵੀ ਆਪਣੀ ਜ਼ਿੰਦਗੀ ਬਤੀਤ ਕਰੀ ਜਾਂਦੀਆਂ ਨੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਵੀ ਹੈਰਾਨ ਹੋ ਜਾਈਦਾ ਜੀ ਤੁਹਾਡੇ ਕੁਦਰਤ ਵੇਖ ਕੇ। ਬਿਸਮ ਪੇਖੈ ਬਿਸਮ ਸੁਣੀਐ, ਬਿਸਮਾਦ ਨਦਰੀ ਆਇਆ। ਜਲ ਥਲ ਮਹੀਲ ਪੂਰਨ ਸੁਆਮੀ, ਘਟ ਘਟ ਰਹਾ ਸਮਾਇਆ। ਤੁਸੀਂ ਵਾਹਿਗੁਰੂ ਜੀ ਪਾਣੀ ਵਿੱਚ, ਧਰਤੀ ਦੇ ਉੱਤੇ, ਆਕਾਸ਼ ਵਿੱਚ, ਸਾਰੀਆਂ ਥਾਵਾਂ ਦੇ ਵਿੱਚ ਸਮਾਏ ਹੋਏ ਹੋ। ਜਿਸ ਤੇ ਉਪਜਿਆ ਤੇ ਸਮਾਹੇ ਸਮਾਇਆ, ਕੀਮਤ ਕਹਿਣ ਨਾ ਜਾਏ। ਇਹ ਜੀਵ ਜਿਸ ਤੋਂ ਉਪਜਿਆ ਉਹਦੇ ਵਿੱਚ ਹੀ ਸਮਾ ਜਾਂਦਾ। ਹੇ ਵਾਹਿਗੁਰੂ ਜੀ, ਤੁਹਾਡੀ ਕੀਮਤ ਨਹੀਂ ਦੱਸੀ ਜਾ ਸਕਦੀ, ਤੁਹਾਡਾ ਕੋਈ ਮੁੱਲ ਨਹੀਂ ਪਾ ਸਕਦਾ। ਜਿਸ ਕੇ ਚਲਤ ਨ ਜਾਹੀ ਲਖਨੇ, ਨਾਨਕ ਤਿਸੈ ਧਿਆਏ। ਜਿਸ ਵਾਹਿਗੁਰੂ ਦੇ ਕੌਤਕ ਲਖੇ ਨਹੀਂ ਜਾ ਸਕਦੇ, ਜਾਣੇ ਨਹੀਂ ਜਾ ਸਕਦੇ। ਖਿਨ ਮਹਿ ਅਵਰ, ਖਿਨੈ ਮਹਿ ਅਵਰਾ, ਅਚਰਜ ਚਲਤ ਤੁਮਾਰੇ। ਤੁਸੀਂ ਵਾਹਿਗੁਰੂ ਜੀ ਇੱਕ ਖਿਨ ਵਿੱਚ, ਖਿਨ, ਛਿਨ, ਨਿਮਕ, ਇਹਨਾਂ ਸ਼ਬਦਾਂ ਦਾ ਅਰਥ ਆ ਅੱਖ ਝਮਕਣ ਜਿਤਨਾ ਸਮਾਂ। ਇੰਨੇ ਸਮੇਂ ਵਿੱਚ ਹੀ ਵਾਹਿਗੁਰੂ ਜੀ ਤੁਸੀਂ ਕੀ ਕੁਝ ਕਰ ਦਿੰਦੇ ਹੋ, ਕੁਝ ਵੀ ਸਾਡੀ ਸਮਝ ਦੇ ਵਿੱਚ ਨਹੀਂ ਆਉਂਦਾ। ਤੁਹਾਡੇ ਕੌਤਕਾਂ ਨੂੰ ਵੇਖ ਕੇ, ਤੁਹਾਡੀ ਇਸ ਕੁਦਰਤ ਨੂੰ ਵੇਖ ਕੇ ਅਸੀਂ ਤੇ ਬਸ ਜੀ ਇਹ ਕਹਿ ਸਕਦੇ ਹਾਂ ਵੀ ਵਾਹਿਗੁਰੂ ਜੀ ਅਸੀਂ ਤੁਹਾਡੇ ਤੋਂ ਬਲਿਹਾਰ ਹਾਂ, ਤੁਹਾਡੇ ਤੋਂ ਕੁਰਬਾਨ ਹਾਂ। ਆਪਣੀ ਕੁਦਰਤ ਤੁਸੀਂ ਵਾਹਿਗੁਰੂ ਜੀ ਆਪੇ ਹੀ ਬਣਾਈ ਹੋਈ, ਆਪੇ ਉਹਨਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਕੀਤਾ ਹੋਇਆ। ਸੈਲ ਪੱਥਰ ਮਹਿ ਜੰਤ ਉਪਾਏ, ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਊਡੇ ਊਡੇ ਆਵੇ ਸੈ ਕੋਸਾਂ,
ਤਿਸ ਪਾਸ਼ੈ ਬਚਰੇ ਸ਼ਰਿਆ। ਹੁਕਮਨਾਮਾ ਸਾਹਿਬ ਅੱਜ ਵੱਡਾ ਸੀ, ਸ਼ੰਤ ਸੀ, ਸ਼ੰਤ ਸ਼ਬਦ ਵੱਡੇ ਹੁੰਦੇ ਨੇ, ਤਾਂ ਕਰਕੇ ਕਥਾ ਦਾ ਸਮਾਂ 7 ਵਜੇ ਤੱਕ ਦਾ, ਤੇ ਤਾਂ ਕੁਝ ਸਮਾਂ ਜਿਹੜਾ ਉਹ ਵੱਧ ਲੱਗ ਗਿਆ। ਵਾਹਿਗੁਰੂ ਜੀ ਸਤਿਗੁਰੂ ਜੀ ਨੇ ਕਿਹੜੀਆਂ ਗੱਲਾਂ ਨੇ ਗੁਰਬਾਣੀ ਵਿੱਚ ਲਿਖੀਆਂ ਜਿਹੜੀਆਂ ਅੱਜ ਸਾਡੀ ਸਮਝ 'ਚ ਆਉਂਦੀਆਂ ਨੇ। ਜਿਹੜੀਆਂ ਕੂੰਜਾਂ ਨੇ ਨਾ ਜੀ, ਸਾਈਬੇਰੀਆ ਦੇਸ਼ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਬਰਫ਼ ਪੈ ਜਾਂਦੀ ਆ, ਠੰਡ ਹੋ ਜਾਂਦੀ ਆ, ਇਹ ਕੂੰਜਾਂ ਉੱਥੋਂ ਉੱਡ ਕੇ ਇੰਡੀਆ ਆ ਜਾਂਦੀਆਂ ਨੇ। ਹਰੀਕੇ ਪੱਤਨ ਤੇ ਆਦਿਕ ਇੱਥੇ ਦਾਣਾ ਪਾਣੀ ਚੁਗਦੀਆਂ ਰਹਿੰਦੀਆਂ, ਤੇ ਜਦੋਂ ਇਹਨਾਂ ਦੇ ਦੇਸ਼ ਵਿੱਚ ਫਿਰ ਮੌਸਮ ਠੰਡਾ ਹੋ ਜਾਂਦਾ, ਇੱਥੋਂ ਉੱਡ ਕੇ ਫਿਰ ਉੱਧਰ ਚਲੇ ਜਾਂਦੀਆਂ ਨੇ। ਜਿਹੜੇ ਪੰਛੀ ਨੇ ਉਹ ਆਪਣੇ ਦੇਸ਼ ਬਦਲ ਲੈਂਦੇ ਨੇ। ਸਤਿਗੁਰੂ ਸਮਝਾਉਂਦੇ, ਵੇਖ ਲਓ ਵਾਹਿਗੁਰੂ ਜੀ ਨੇ ਕੈਸੀ ਇਹ ਕੁਦਰਤ ਬਣਾਈ ਆ। ਊਡੇ ਊਡ ਆਵੇ ਸੈ ਕੋਸਾਂ, ਸੈਂਕੜੇ ਕਿਲੋਮੀਟਰ ਦੀ ਦੂਰੀ ਤੋਂ ਕੂੰਜਾਂ ਉੱਡ ਕੇ ਕਿੰਨੀ ਦੂਰ ਚਲੇ ਜਾਂਦੀਆਂ। ਊਡੇ ਊਡੇ ਆਵੇ ਸੈ ਕੋਸਾਂ, ਤਿਸ ਪਾਸ਼ੈ ਬਚਰੇ ਸ਼ਰਿਆ। ਬੱਚੇ ਆਪਣੇ ਪਿੱਛੇ ਛੱਡ ਆਉਂਦੀਆਂ। ਤਿਨ ਕਵਨ ਖਲਾਵੇ ਕਵਨ ਚੁਗਾਵੇ, ਮਨ ਮਹਿ ਸਿਮਰਨ ਕਰਿਆ। ਉਹ ਆਪਣੇ ਮਨ ਵਿੱਚ ਚੇਤੇ ਤੇ ਰੱਖਦੀਆਂ ਨੇ ਵੀ ਪਿੱਛੇ ਆਪਣੇ ਬੱਚੇ ਛੱਡ ਆਈਆਂ। ਭਗਤ ਧੰਨਾ ਜੀ ਦਾ ਇੱਕ ਸ਼ਬਦ ਆਉਂਦਾ ਗੁਰਬਾਣੀ ਵਿੱਚ, ਕੁੰਮੀ ਜਲ ਮਾਹਿ ਤਨ ਤਿਸ ਬਾਹਰ, ਖੀਰ ਪੰਖ ਤਿਨ ਨਾਹੇ। ਭਗਤ ਧੰਨਾ ਜੀ ਲਿਖਦੇ ਨੇ, ਉਹ ਕਹਿੰਦੇ ਵੀ ਵੇਖੋ ਜਿਹੜੀ ਕੱਛੂ ਕੁੰਮੀ ਆ, ਨਾ ਤੇ ਉਹਨੂੰ ਅਸਥਨ ਲੱਗੇ ਬੱਚਿਆਂ ਨੂੰ ਆਪਣਿਆਂ ਨੂੰ ਦੁੱਧ ਪਿਆਉਣ ਵਾਸਤੇ, ਉਹ ਕੀ ਕਰਦੀ ਆ, ਸਮੁੰਦਰ ਦੇ ਵਿੱਚੋਂ ਨਿਕਲ ਕੇ ਤੇ ਰੇਤ ਦੇ ਵਿੱਚ ਜਾ ਕੇ ਟੋਆ ਪੁੱਟ ਕੇ ਆਂਡੇ ਦੇ ਕੇ ਉੱਤੇ ਪਾਉਂਦੀ ਆ ਰੇਤ, ਆਪ ਫਿਰ ਸਮੁੰਦਰ 'ਚ ਚਲੇ ਜਾਂਦੀ ਆ। ਉਹਨਾਂ ਆਂਡਿਆਂ ਦੇ ਵਿੱਚੋਂ ਜਦੋਂ ਬੱਚੇ ਨਿਕਲਦੇ ਆਪੇ ਰਿੜ ਕੇ ਸਮੁੰਦਰ 'ਚ ਚਲੇ ਜਾਂਦੇ, ਆਪੇ ਹੀ ਤੈਰਨਾ ਸਿੱਖ ਲੈਂਦੇ ਆ। ਇਹ ਵੀ ਤਾਂ ਵਾਹਿਗੁਰੂ ਜੀ ਦਾ ਕਿੱਡਾ ਵੱਡਾ ਕੌਤਕ ਆ। ਕੁੰਮੀ ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ। ਕਈ ਵਾਰੀ ਸਾਨੂੰ ਲੱਗਦਾ ਵੀ ਇਹ ਕਿਵੇਂ ਦੀਆਂ ਗੱਲਾਂ ਜੀ, ਇਹ ਬੱਚਿਆਂ ਨੇ ਆਂਡੇ ਦਿੱਤੇ ਜੀ, ਪੰਛੀ ਨਿਕਲੇ, ਵੀ ਇਹ ਗੱਲਾਂ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ। ਗੁਰੂ ਗ੍ਰੰਥ ਸਾਹਿਬ ਜੀ ਇੱਕ ਬਹੁਤ ਵੱਡਾ ਇਨਸਾਈਕਲੋਪੀਡੀਆ ਵਾ, ਇੱਕ ਬਹੁਤ ਵੱਡੇ ਮਹਾਨ ਕੋਸ਼ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਪੜ੍ਹ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਸਤਿਗੁਰੂ ਜੀ ਨੇ ਕੋਈ ਉਦਾਹਰਨ, ਕੋਈ ਗੱਲ ਛੱਡੀ ਨਹੀਂ। ਸਾਨੂੰ ਇੰਨਾ ਜ਼ਿਆਦਾ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਦੁਆਰਾ ਗਿਆਨ ਬਖਸ਼ਿਸ਼ ਕੀਤਾ ਹੈ। ਤੋ ਵਾਹਿਗੁਰੂ ਜੀ ਤੁਹਾਡੀ ਇਸ ਕੁਦਰਤ ਨੂੰ ਵੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ। ਇਸ ਤਰ੍ਹਾਂ ਦੇ ਸਾਧ ਸੰਗਤ ਜੀ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਦੁਆਰਾ ਬਖਸ਼ਿਸ਼ ਕੀਤੇ ਨੇ। ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ, ਭੁੱਲਾਂ ਗਲਤੀਆਂ ਦੀ ਮੁਆਫੀ ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।